ਗੁਰਮੁਖ ਪਿਆਰੇ ਤਤ ਬੇਤੇ ਭਾਈ ਸਾਹਿਬ ਭਾਈ ਮੰਝ ਜੀ ਦੀ ਕਥਾ ਚੱਲ ਰਹੀ ਹੈ। ਆਪ ਜੀ ਦੁਆਬੇ ਦੇ ਰਹਿਣ ਵਾਲੇ ਰਾਜਪੂਤ ਚੌਧਰੀ ਸਨ। ਲਾਲਾਂ ਵਾਲੇ ਨੂੰ ਮੰਨਦੇ ਸਨ। ਸਾਰੀ ਬਰਾਦਰੀ ਭਾਈਚਾਰਾ, ਇਹ ਸਾਰਾ ਪਰਿਵਾਰ ਅਤੇ ਇਹਨਾਂ ਦਾ ਪਿੰਡ ਇਲਾਕਾ ਹੀ ਲਾਲਾਂ ਵਾਲੇ ਦਾ ਮੁਰੀਦ ਸੀ। ਸਾਰੇ ਸਖੀ ਸਰਵਰੀਏ ਸਨ। ਗੁਰਬਾਣੀ ਸੁਣ ਕੇ ਮਨ ਦਰਵਿਆ ਗਿਆ ਤੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਜਾ ਕੇ ਸਿੱਖੀ ਦੀ ਜਾਚਨਾ ਕੀਤੀ। ਸਤਿਗੁਰੂ ਜੀ ਨੇ ਸਿੱਖੀ ਦੀ ਦਾਤ ਬਖਸ਼ੀ, ਪਰ ਪ੍ਰੀਖਿਆ ਇਮਤਿਹਾਨ ਬੜੇ ਡਾਢੇ, ਬੜੇ ਕਰੜੇ ਤੋਂ ਕਰੜੇ ਪਾਏ ਹਨ। ਉਹ ਜਿਹੜੀ ਕਥਾ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ। ਜਦੋਂ ਦੂਸਰਾ ਹੁਕਮਨਾਮਾ ਭੇਜਿਆ ਸੀ, ਪਹਿਲੇ ਹੁਕਮਨਾਮੇ ਦੇ ਵੀ 21 ਰੁਪਈਏ ਭੇਟਾ ਦਰਸ਼ਨਾਂ ਦੀ ਮੰਗੀ ਸੀ, ਜੋ ਉਹਨਾਂ ਨੇ ਆਪਣੀ ਬੇਟੀ ਨੂੰ ਸ਼ਾਹੂਕਾਰ ਦੇ ਘਰ ਦੇ ਕੇ 21 ਰੁਪਈਏ ਦਿੱਤੇ ਸਨ। ਦੂਸਰੀ ਵਾਰੀ 21 ਰੁਪਈਆਂ ਵਾਸਤੇ ਆਪਣੀ ਘਰਵਾਲੀ ਨੂੰ ਕਿਸੇ ਦੇ ਘਰ ਭਾਂਡੇ ਮਾਂਜਣ ਤੇ ਸਦਾ ਲਈ ਨੌਕਰ ਰੱਖ ਦਿੱਤਾ ਸੀ ਅਤੇ ਗੁਰੂ ਪਾਤਸ਼ਾਹ ਦਾ ਹੁਕਮਨਾਮਾ ਪ੍ਰਾਪਤ ਕੀਤਾ ਸੀ। ਹੁਕਮਨਾਮੇ 'ਚ ਲਿਖਿਆ ਸੀ ਕਿ ਜੇ ਖੜੇ ਹੋ ਤਾਂ ਤੁਰ ਪਾਓ, ਜੇ ਬੈਠੇ ਹੋ ਤਾਂ ਉੱਠ ਕੇ ਸਿੱਧੇ ਅੰਮ੍ਰਿਤਸਰ ਆ ਜਾਓ, ਸੇਵਾ ਕਰੋ ਆ ਕੇ। ਭਾਈ ਮੰਝ ਜੀ ਗੁਰੂ ਦਾ ਹੁਕਮਨਾਮਾ ਮੰਨ ਕੇ ਸਾਰੇ ਕੰਮਕਾਰ, ਘਰ ਦੇ ਵਿੱਚ ਗਰੀਬੀ ਬਹੁਤ ਆ ਗਈ ਸੀ, ਕਿਉਂਕਿ ਲੋਕਾਂ ਨੇ, ਭਾਈਆਂ ਨੇ, ਸ਼ਰੀਕੇ ਨੇ ਬਰਾਦਰੀ 'ਚੋਂ ਕੱਢ ਦਿੱਤਾ ਸੀ, ਛੇਕ ਦਿੱਤਾ ਸੀ। ਚੌਧਰ ਵੀ ਖੁੱਸ ਗਈ ਸੀ, ਜ਼ਮੀਨ ਵੀ ਖੁੱਸ ਗਈ ਸੀ, ਘਰ-ਬਾਰ ਵੀ ਖੁੱਸ ਗਿਆ ਸੀ। ਕਿਸੇ ਦੂਸਰੇ ਨਗਰ ਦੇ ਵਿੱਚ ਆਪ ਜੀ ਕੱਖਾਂ ਦੀ ਕੁੱਲੀ ਪਾ ਕੇ ਰਹਿੰਦੇ ਸਨ ਤੇ ਘਾਹ ਖੁਰਚ ਕੇ ਗੁਜ਼ਾਰਾ ਕਰਦੇ ਸਨ। ਹੁਸ਼ਿਆਰਪੁਰ ਦੇ ਇਲਾਕੇ ਵਿੱਚ ਕੰਗ ਮਾਈ ਪਿੰਡ ਹੈ, ਜਿੱਥੇ ਉਹਨਾਂ ਦਾ ਸਥਾਨ ਬਣਿਆ ਹੋਇਆ ਹੈ, ਗੁਰੂ ਘਰ ਬਾਬਾ ਮੰਝ ਜੀ ਦਾ। ਸੋ ਸਾਧ ਸੰਗਤ ਜੀ, ਭਾਈ ਮੰਝ ਜੀ ਜਦੋਂ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲ ਰਹੀ ਸੀ, ਲੰਗਰ ਵਾਸਤੇ ਲੱਕੜਾਂ ਲਿਆਉਂਦੇ ਹਨ। ਗੁਰੂ ਸਾਹਿਬ ਜੀ ਨੇ ਪੁੱਛਿਆ ਨਹੀਂ ਵੀ ਕੀ ਹਾਲ ਹੈ, ਕਿਵੇਂ ਹੋ, ਸੇਵਾ 'ਚ ਲਾ ਲਿਆ। ਕੁਝ ਮਹੀਨਿਆਂ ਪਿੱਛੋਂ ਮਹਾਰਾਜ ਨੇ ਲਾਂਗਰੀ ਨੂੰ ਬੁਲਾ ਕੇ ਪੁੱਛਿਆ ਵੀ ਉਹ ਜਿਹੜਾ ਸਿੱਖ ਆਇਆ ਉਹ ਲੰਗਰ ਕਿੱਥੇ ਛਕਦਾ? ਲਾਂਗਰੀ ਨੇ ਕਿਹਾ, ਮਹਾਰਾਜ ਉਹ ਲੰਗਰ ਦੇ ਵਿੱਚ ਹੀ ਪ੍ਰਸ਼ਾਦਾ ਛਕਦਾ ਤੇ 2-2 ਪੰਡਾਂ 3-3 ਪੰਡਾਂ ਬਾਲਣ ਦੀਆਂ ਲਿਆ ਕੇ ਰੋਜ਼ ਸਿੱਟਦਾ। ਮਹਾਰਾਜ ਕਹਿੰਦੇ ਜਿੰਨੀ ਸੇਵਾ ਕਰਦਾ ਉਹਨੇ ਤੇ ਪ੍ਰਸ਼ਾਦੇ ਛਕ ਜਾਂਦਾ। ਇਹ ਕਾਹਦੀ ਸੇਵਾ ਹੋਈ? ਸੇਵਾ ਦੇ ਤਾਂ ਹੈ ਜੇ ਲੰਗਰ ਕਿਤੇ ਹੋਰ ਛਕੇ ਤੇ ਸੇਵਾ ਗੁਰੂ ਕੇ ਲੰਗਰ 'ਚ ਕਰੇ। ਉਹਨੂੰ ਕਹੋ ਕਿ ਤੂੰ ਹੋਰ ਪ੍ਰਸ਼ਾਦੇ ਦਾ ਬੰਦੋਬਸਤ ਕਰੇ, ਗੁਰੂ ਕੇ ਲੰਗਰ ਤੇ ਭਾਰ ਨਾ ਪਾਵੇ। ਸਿੱਖ ਨੇ ਜਾ ਕੇ ਉਹਨੂੰ ਸਮਝਾ ਦਿੱਤਾ ਕਿ ਗੁਰੂ ਮਹਾਰਾਜ ਦਾ ਹੁਕਮ ਹੈ ਵੀ ਲੰਗਰ 'ਚ ਪ੍ਰਸ਼ਾਦਾ ਨਹੀਂ ਛਕਣਾ। ਤੇ ਭਾਈ ਮੰਝ ਜੀ ਉਸ ਹੁਕਮ ਨੂੰ ਕਿਵੇਂ ਮੰਨ ਰਹੇ ਨੇ, ਆਓ ਇਹ ਕਥਾ ਸਰਵਣ ਕਰੀਏ। ਸਿੱਖ ਨੇ ਤਿਸੇ ਹਟਾਇਓ ਤੈਸੇ, ਸਿੱਖ ਨੇ ਸਾਧ ਸੰਗਤ ਜੀ ਭਾਈ ਮੰਝ ਜੀ ਨੂੰ ਜਾ ਕੇ ਲੰਗਰ ਛਕਣ ਤੋਂ ਹਟਾ ਦਿੱਤਾ, ਰੋਕ ਦਿੱਤਾ ਵੀ ਲੰਗਰ 'ਚ ਪ੍ਰਸ਼ਾਦਾ ਨਹੀਂ ਛਕਣਾ। ਹਾਂਜੀ, ਕਰਨ ਲੱਗਿਓ ਤਿਮ ਕਹਿ ਗੁਰ ਜੈਸੇ, ਮਹਾਰਾਜ ਸਾਹਿਬ ਦਾ ਜੋ ਹੁਕਮ ਸੀ ਵੀ ਲੰਗਰ 'ਚ ਪ੍ਰਸ਼ਾਦਾ ਨਹੀਂ ਛਕਣਾ, ਸੇਵਾ ਲੰਗਰ ਦੀ ਕਰਨੀ, ਲੱਕੜਾਂ ਲਿਆਉਣ ਦੀ। ਪ੍ਰਸ਼ਾਦਾ ਕਿਸੇ ਮੰਗ ਤੰਗ ਕੇ ਖਾ ਸਕਦਾ, ਗੁਰੂ ਕੇ ਲੰਗਰ 'ਚ ਨਹੀਂ ਖਾਣਾ। ਹਾਂਜੀ, ਸਿੱਖਿਆਨ ਤੇ ਜਾਚਹਿ ਅਰ ਖਾਏ, ਇਹ ਹੁਕਮ ਦਿੱਤਾ ਸੀ ਵੀ ਸਿੱਖਾਂ ਦੇ ਘਰੋਂ ਮੰਗ ਕੇ ਖਾ ਲਓ। ਜੇ ਦੂਜਿਆਂ ਗੁਰਸਿੱਖਾਂ ਦੇ ਘਰਾਂ 'ਚ, ਨਗਰ ਨਿਵਾਸੀਆਂ ਦੇ ਕਿਤੇ ਪ੍ਰਸ਼ਾਦਾ ਪੱਕਦਾ, ਉੱਥੋਂ ਜਾ ਕੇ ਰੋਟੀ ਮੰਗ ਕੇ ਖਾਣੀ ਹੈ। ਹਾਂਜੀ, ਸਭ ਦਿਨ ਲੰਗਰ ਸੇਵ ਕਮਾਏ, ਭਾਈ ਸਾਹਿਬ ਮੰਝ ਜੀ ਉਸੇ ਤਰ੍ਹਾਂ ਹੁਣ ਆਪਣੀ ਰੋਟੀ ਲੋਕਾਂ ਦੇ ਘਰ ਮੰਗ ਕੇ ਖਾਂਦੇ ਹਨ, ਆਪ ਸੇਵਾ ਗੁਰੂ ਦੇ ਲੰਗਰ ਦੇ ਲਈ ਬਾਲਣ ਲਿਆਉਣ ਦੀ ਕਰਦੇ ਹਨ। ਅਲਪ ਆਹਾਰ ਖਾਏ ਤੇ ਆਨ, ਤੇ ਉਹਦੇ ਵਿੱਚੋਂ ਵੀ ਹੁਕਮ ਇਹ ਹੈ ਵੀ ਸਾਰਾ ਆਪ ਨਹੀਂ ਖਾਣਾ। ਜੇ 4 ਪ੍ਰਸ਼ਾਦੇ ਮੰਗ ਕੇ ਲਿਆਂਦੇ ਨੇ, 1 ਅੱਧਾ ਛਕਣਾ ਤੇ ਬਾਕੀ 3 ਪ੍ਰਸ਼ਾਦੇ ਵੰਡ ਦੇਣੇ ਨੇ ਗਰੀਬਾਂ ਵਿੱਚ, ਲੋੜਵੰਦਾਂ ਵਿੱਚ। ਇੰਨਾ ਹੁਕਮ ਮਹਾਰਾਜ ਦਾ ਸਖਤ ਹੈ। ਤੇ ਭਾਈ ਸਾਹਿਬ ਉੱਦਾਂ ਹੀ ਕਰਦੇ ਨੇ, ਥੋੜ੍ਹਾ ਖਾ ਕੇ ਤੇ ਬਾਕੀ ਦੂਜਿਆਂ ਨੂੰ ਵੰਡ ਦਿੰਦੇ ਨੇ। ਮਨ ਆਪਣੇ ਦ੍ਰਿੜ ਨਿਸ਼ਚੈ ਠਾਨ, ਆਪਣੇ ਮਨ 'ਚ ਨਿਸ਼ਚਾ ਪੱਕਾ ਹੈ ਕਿ ਗੁਰੂ ਦੀ ਸੇਵਾ ਹੁਕਮ ਮੰਨ ਕੇ ਕਰਨੀ ਹੈ। ਭਇਓ ਸਰੀਰ ਸੋ ਦੁਰਲਭ ਛੀਨ, ਸਾਧ ਸੰਗਤ ਜੀ ਹੌਲੇ ਹੌਲੇ ਸਰੀਰ ਕਮਜ਼ੋਰ ਹੁੰਦਾ ਗਿਆ। ਜਦੋਂ ਪ੍ਰਸ਼ਾਦਾ ਹੀ ਰੱਜ ਕੇ ਨਾ ਮਿਲੇ ਤੇ ਸਰੀਰ ਕਮਜ਼ੋਰ ਹੋ ਜਾਂਦਾ। ਭਾਈ ਮੰਝ ਦਾ ਸਰੀਰ ਛੀਨ ਹੋ ਗਿਆ, ਕਮਜ਼ੋਰ ਹੋ ਗਿਆ। ਗੁਰ ਕੋ ਪ੍ਰੇਮ ਹਿਰਦੈ ਦ੍ਰਿੜ ਪੀਨ, ਪਰ ਗੁਰੂ ਸਿੱਖੀ ਦਾ, ਗੁਰੂ ਦਾ ਪ੍ਰੇਮ ਦਿਨੋਂ ਦਿਨ ਪੱਕਾ ਹੁੰਦਾ ਗਿਆ। ਸਰੀਰ ਕਮਜ਼ੋਰ ਹੁੰਦਾ ਗਿਆ, ਪਰ ਗੁਰੂ ਦਾ ਪਿਆਰ ਦ੍ਰਿੜ ਹੁੰਦਾ ਗਿਆ, ਮਜ਼ਬੂਤ ਹੁੰਦਾ ਗਿਆ।
ਇੱਕ ਦਿਨ ਸਤਿਗੁਰ ਨਿਕਟ ਬੁਲਾਵਾ। ਇੱਕ ਦਿਨ ਮਹਾਰਾਜ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਕੋਲ ਸੱਦਿਆ ਬਹੁ ਪ੍ਰਕਾਰ ਤੇ ਸਮਝਾਵਾ। ਤੇ ਭਾਈ ਮੰਝ ਨੂੰ ਮਹਾਰਾਜ ਕਹਿਣ ਲੱਗੇ, ਤੈਂ ਆਪਣੀ ਸਭ ਵਸਤ ਗਵਾਈ। ਬਈ ਤੂੰ ਸਾਡਾ ਸਿੱਖ ਬਣ ਕੇ ਕੀ ਖੱਟਿਆ? ਤੇਰੀ ਚੌਧਰ ਵੀ ਜਾਂਦੀ ਰਹੀ, ਜ਼ਮੀਨ ਜਾਇਦਾਦ ਵੀ ਖੁੱਸ ਗਈ, ਤੇਰਾ ਘਰ-ਬਾਰ ਵੀ ਉਜੜ ਗਿਆ, ਮਾਲ ਡੰਗਰ ਸਭ ਮਰ ਗਿਆ, ਤੇਰੇ ਘਰ ਖਾਣ ਨੂੰ ਰੋਟੀ ਨਹੀਂ ਰਹੀ। ਤੂੰ ਸਾਡਾ ਸਿੱਖ ਬਣ ਕੇ ਆਪਣਾ ਸਾਰਾ ਕੁਝ ਗਵਾ ਬੈਠਾ ਹੈ। ਹਾਂਜੀ, ਮੱਝਾਂ ਗਾਵਾਂ ਤੇਰੀਆਂ ਘਰ ਦੀਆਂ ਜੋਗਾਂ ਵੀ ਗੁਆਂਢੀਆਂ ਨੇ ਸ਼ਰੀਕਾਂ ਨੇ ਖੋਹ ਲਈਆਂ ਨੇ, ਲੁੱਟ ਲਈਆਂ ਨੇ। ਸਰਬ ਸਕੀਰਨ ਨਿੰਦ ਉਚਾਰੀ। ਸਾਰੇ ਸ਼ਰੀਕਾਂ ਨੇ ਤੇਰੀ ਨਿੰਦਾ ਕੀਤੀ। ਸਰਬ ਸ਼ਰੀਕਨ ਨਿੰਦ ਉਚਾਰੀ, ਸ਼ਰੀਕਾਂ ਨੇ ਨਿੰਦਾ ਕੀਤੀ ਹੈ, ਸਾਰੇ ਤੈਨੂੰ ਮੂੰਹ ਨਹੀਂ ਲਾਉਂਦੇ, ਭਾਈਚਾਰਾ ਵੀ ਤੈਨੂੰ ਛੱਡ ਗਿਆ ਹੈ। ਹਾਂਜੀ, ਸਰਵਰ ਕੀ ਮਨਸ ਵਿਸਾਰੀ। ਉਹ ਸਾਰੇ ਇਸ ਕਰਕੇ ਤੇਰੇ ਨਾਲ ਨਾਰਾਜ਼ ਨੇ ਕਿ ਤੂੰ ਸਰਵਰ ਦੀ, ਲਾਲਾਂ ਵਾਲੇ ਦੀ ਮੰਨਤ ਕਰਨੀ ਛੱਡ ਦਿੱਤੀ ਹੈ। ਤੂੰ ਗੁਰੂ ਨਾਨਕ ਦਾ ਸਿੱਖ ਬਣ ਗਿਆ। ਤੂੰ ਗੁਰੂ ਨਾਨਕ ਦਾ ਸਿੱਖ ਬਣ ਕੇ ਕੀ ਲੈਣਾ? ਵਾਪਸ ਆਪਣੇ ਭਾਈਚਾਰੇ 'ਚ ਰਲ ਜਾ, ਲਾਲਾਂ ਵਾਲੇ ਦਾ ਮੁਰੀਦ ਬਣ ਜਾ। ਹਾਂਜੀ, ਤਾਹੋ ਮੁਕਾਮ ਕਾਮ ਕੇ ਬਰੋ। ਤੂੰ ਜਿਹੜਾ ਲਾਲਾਂ ਵਾਲੇ ਦਾ ਮੁਕਾਮ ਢਾਹ ਦਿੱਤਾ, ਸਾਡਾ ਕਹਿਣਾ ਮੰਨ ਕੇ, ਸ਼ਰੀਕ ਕਹਿੰਦੇ ਨੇ ਇਹ ਤੂੰ ਮਾੜਾ ਕੀਤਾ ਹੈ। ਸੋ ਅਬ ਇਸਕੇ ਘਰ ਮਹਿ ਪਰੋ। ਸਾਰੇ ਕਹਿੰਦੇ ਨੇ ਲਾਲਾਂ ਵਾਲੇ ਦੀ ਕਰੋਪੀ ਹੋ ਗਈ ਹੈ ਤੇਰੇ ਉੱਤੇ। ਹਾਂਜੀ, ਹੀਨ ਪਦਾਰਥ ਘਰ ਕੇ ਹੋਏ। ਸਿਰ ਸਾਰੇ ਘਰ ਦੇ ਪਦਾਰਥ ਨਾਸ ਹੋ ਗਏ ਨੇ, ਨਾ ਕੋਈ ਮਾਲ ਡੰਗਰ ਰਿਹਾ, ਨਾ ਦੁੱਧ ਦੇ ਲਈ ਲਿਆਰਾ ਰਿਹਾ, ਨਾ ਜੋਗਾਂ ਰਹੀਆਂ ਨੇ, ਨਾ ਕੁਝ ਹੋਰ ਸਾਧਨ ਘਰ ਦਾ ਰਿਹਾ, ਘਰ ਹੀ ਉਜੜ ਗਿਆ ਸਾਰਾ। ਹਾਂਜੀ, ਦੁੱਖ ਪਾਇਓ ਘਰ ਉਜੜ ਜੋਏ। ਘਰ ਉਜਾੜ ਕੇ ਦੁਖੀ ਹੋ ਰਿਹਾ ਹੈ ਤੂੰ। ਹਾਂਜੀ, ਜਾਏ ਉਪਾਏ ਕਰੋ ਅਬ ਕੋਈ। ਹੁਣ ਤੂੰ ਵਾਪਸ ਚਲਾ ਜਾ ਆਪਣੇ ਨਗਰ ਤੇ ਜਾ ਕੇ ਕੋਈ ਹੀਲਾ ਕਰ ਲੈ। ਹਾਂਜੀ, ਕਹਿ ਨਿਜ ਪੀਰ ਮਾਨੀਏ ਸੋਈ। ਜਾਂ ਆਪਣਾ ਉਹ ਪਹਿਲੇ ਵਾਲਾ ਪੀਰ ਹੀ ਮੰਨ ਲੈ, ਜਿਹਨੂੰ ਛੱਡ ਕੇ ਆਇਆ ਸੀ ਲਾਲਾਂ ਵਾਲੇ ਨੂੰ, ਉਹਦਾ ਹੀ ਸਿੱਖ ਬਣ ਜਾ ਜਾ ਕੇ। ਹਾਂਜੀ, ਸੁਣ ਕੇ ਹੱਥ ਜੋੜ ਤਬ ਕਹਿਓ। ਭਾਈ ਮੰਝ ਜੀ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਹੱਥ ਜੋੜ ਕੇ ਕਹਿਣ ਲੱਗੇ, ਸਤਿ ਨਾਮ ਧਨ ਮੈਂ ਸੁਖ ਲਹਿਓ। ਹੇ ਸੱਚੇ ਪਾਤਸ਼ਾਹ, ਸੱਚੇ ਪਰਮੇਸ਼ਰ ਸਤਿਗੁਰੂ ਜੀ, ਤੁਹਾਡੇ ਨਾਮ ਦਾ ਧਨ ਮੈਨੂੰ ਮਿਲ ਗਿਆ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ। ਮਹਾਰਾਜ ਸੱਚਾ ਧਨ ਤੁਸੀਂ ਮੈਨੂੰ ਦੇ ਦਿੱਤਾ ਹੈ। ਹਾਕਮ ਲੈ ਨਾ ਚੋਰਿਓ ਜਾਏ। ਇਹ ਧਨ ਇਹੋ ਜਿਹਾ ਹੈ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਾਲੇ। ਨਾ ਇਹਨੂੰ ਸਰਕਾਰ ਖੋ ਸਕਦੀ ਹੈ, ਨਾ ਇਹਨੂੰ ਚੋਰ ਚੁਰਾ ਸਕਦੇ ਨੇ। ਹਾਂਜੀ, ਜਲ ਮਹਿ ਗਲੇ ਨਾ ਅਗਨ ਜਲਾਏ। ਇਹ ਗੁਰੂ ਜੀ, ਜਿਹੜਾ ਨਾਮ ਰੂਪੀ ਧਨ ਤੁਸੀਂ ਮੈਨੂੰ ਬਖਸ਼ਿਆ ਹੈ, ਇਹ ਪਾਣੀ ਵਿੱਚ ਵੀ ਗਲਦਾ ਨਹੀਂ ਤੇ ਅੱਗ ਵਿੱਚ ਸੜਦਾ ਨਹੀਂ। ਵੰਟੇ ਬਹੁਤ ਨਿਖੁੱਟ ਹੈ ਨਾਹੀ। ਜਿੰਨਾ ਇਹਨੂੰ ਵੰਡੀਏ ਇਹ ਵੱਧਦਾ ਹੈ, ਘਟਦਾ ਨਹੀਂ। ਹਾਂਜੀ, ਪਰ ਹੈ ਸਹਾਏ ਮਰਨ ਦੁਖ ਮਾਹੀ। ਔਰ ਜਦੋਂ ਮਰਨ ਵੇਲੇ ਜਮਾਂ ਦਾ ਤਰਾਸ ਹੁੰਦਾ ਹੈ, ਉਸ ਵੇਲੇ ਇਹ ਨਾਮ ਰੂਪੀ ਧਨ ਹੀ ਸਹਾਇਤਾ ਕਰਦਾ ਹੈ। ਸੋ ਮੈਂ ਨਿਸ ਦਿਨ ਹਿਰਦੈ ਸੰਭਾਰਿਓ। ਉਹ ਨਾਮ ਰੂਪੀ ਧਨ ਮੈਂ ਆਪਣੇ ਹਿਰਦੇ ਵਿੱਚ ਹਰ ਵੇਲੇ ਚੇਤੇ ਕਰਦਾ, ਵਾਹਿਗੁਰੂ 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 ਵਾਹਿਗੁਰੂ। ਉਹ ਤੁਹਾਡੀ ਕਿਰਪਾ ਨਾਲ ਮੈਨੂੰ ਪ੍ਰਾਪਤ ਹੋਇਆ। ਤੁਸ ਦਿੱਤਾ ਪੂਰੈ ਸਤਿਗੁਰੂ, ਹਰ ਧਨ ਸੱਚ ਅਖੁੱਟ। ਸਭ ਅੰਦੇਸੇ ਮਿਟ ਗਏ, ਜਮ ਕਾ ਭਉ ਛੁੱਟ। ਕਾਮ ਕ੍ਰੋਧ ਬੁਰਿਆਈਆਂ, ਸੰਗ ਸਾਧੂ ਟੁੱਟ। ਵਿਣ ਸੱਚੇ ਦੂਜਾ ਸੇਮ ਦੇ, ਹੋਏ ਮਰਸਨ ਬੁੱਟ। ਨਾਨਕ ਕੋ ਗੁਰ ਬਖਸ਼ਿਆ, ਨਾਮੇ ਸੰਗ ਜੁਟ। ਇਹ ਤਾਂ ਮਹਾਰਾਜ ਤੁਹਾਡੇ ਤੋਂ ਬਖਸ਼ਿਸ਼ ਮਿਲੀ ਹੈ। ਹਾਂਜੀ, ਪਛਤਾਵ ਹੋ ਗਏ ਬਹੁਤ ਵਿਸਾਰਿਓ। ਜੇ ਮਹਾਰਾਜ ਇਸ ਨਾਮ ਧਨ ਨੂੰ ਭੁਲਾ ਦਿੱਤਾ, ਬੜਾ ਪਛਤਾਵਾਂਗਾ, ਬੜਾ ਦੁਖੀ ਹੋਵਾਂਗਾ। ਹਾਂਜੀ, ਕਿਮ ਕਹਿ ਬੰਧਨ ਕਰ ਤਬ ਗਇਓ। ਇਹਦਾ ਮੱਥਾ ਟੇਕ ਕੇ ਭਾਈ ਮੰਝ ਆਪਣੀ ਸੇਵਾ ਲਈ ਦੌੜ ਗਿਆ। ਸੇਵਾ ਵਿਖੇ ਜਾਏ ਮਨ ਦਇਓ। ਔਰ ਸੇਵਾ ਵਿੱਚ ਜਾ ਕੇ ਆਪਣਾ ਮਨ ਲਾ ਲਿਆ। ਸੁਸਕ ਭਾਰ ਕੋ ਲਿਆਵੇ। ਸੁੱਕੀਆਂ ਲੱਕੜਾਂ ਦੀ ਪੰਡ ਬੰਨ ਕੇ ਲੰਗਰ ਲਈ ਜੰਗਲ ਚੋਂ ਵੱਢ ਕੇ ਲਿਆਉਂਦਾ ਹੈ। ਸਭ ਲੰਗਰ ਕੀ ਕਾਰ ਚਲਾਵੇ। ਸਤਿਗੁਰਾਂ ਦੇ ਲੰਗਰ ਦੀ ਜਿੰਨੀ ਲੱਕੜ, ਜਿੰਨਾ ਬਾਲਣ ਭਾਈ ਮੰਝ ਢੋਂਦਾ ਹੈ। ਇੱਕ ਦਿਨ ਵਹਿਰ ਗਇਓ ਹਿਤਦਾਰ। ਇੱਕ ਦਿਨ ਲੱਕੜਾਂ ਲੈਣ ਵਾਸਤੇ, ਸੁੱਕਾ ਬਾਲਣ ਲੈਣ ਵਾਸਤੇ ਜੰਗਲ ਵੱਲ ਗਿਆ ਹੈ। ਹਾਂਜੀ, ਦੀਨ ਬੀਨ ਕਰ ਬੰਦਿਓ
ਭਾਰ ਉਹਨੇ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਕਰਕੇ ਭਾਰ ਬੰਨ ਲਿਆ, ਪੰਡ ਬੰਨ ਲਈ ਭਾਈ ਮੰਝ ਨੇ। ਹਾਂਜੀ, ਨਹਿ ਪਹੁੰਚਿਓ ਉਠ ਬਾਵਨ ਵਾਰੋ। ਕੁਦਰਤੀ ਖੇਡ ਐਸੀ ਹੈ ਕਿ ਉਸ ਭਾਰ ਨੂੰ ਚੁਕਾਉਣ ਵਾਲਾ ਕੋਈ ਦੂਸਰਾ ਬੰਦਾ ਨਹੀਂ ਨਾਲ ਲੱਗਾ, ਕਿਉਂਕਿ ਜਦੋਂ ਪੰਡ ਚੁੱਕਣੀ ਹੋਵੇ, ਭਾਰੀ ਪੰਡ ਹੋਵੇ, ਆਪਣੇ ਆਪ ਨਾ ਚੁੱਕੀ ਜਾਂਦੀ ਹੋਵੇ, ਦੂਜਾ ਬੰਦਾ ਸਹਾਰਾ ਲਾ ਕੇ ਸਿਰ ਤੇ ਧਰ ਦਿੰਦਾ ਹੈ। ਤੋ ਉਹ ਭਾਰ ਚੁਕਵਾਉਣ ਵਾਲਾ ਦੂਸਰਾ ਕੋਈ ਸਹਾਇਕ ਨਹੀਂ ਪਹੁੰਚਿਆ। ਹਾਂਜੀ, ਘਟੀ 4 ਵਜ ਲੱਗੀ ਅਵਾਰੋ। ਸੋ ਉੱਥੇ ਟਾਈਮ ਲੱਗ ਗਿਆ, 4 ਘੜੀਆਂ ਉਡੀਕਦਾ ਰਿਹਾ। ਜੰਗਲ ਸੀਗਾ, ਕੁਦਰਤੀ ਕੋਈ ਬੰਦਾ ਇਹੋ ਜਿਹਾ ਨਹੀਂ ਆਇਆ ਜਿਹੜਾ ਆ ਕੇ ਕਹੇ ਵੀ ਮੈਂ ਤੈਨੂੰ ਪੰਡ ਚੁਕਾ ਦੇਣਾ। ਭਾਈ ਮੰਝ ਪੰਡ ਬੰਨ ਕੇ ਬੈਠਾ ਰਿਹਾ। ਹਾਂਜੀ, ਧਰ ਸਿਰ ਪਰ ਜਬ ਪੁਰ ਕੋ ਗਮਨਾ। ਬੜੀ ਦੇਰ ਬਾਅਦ ਕੋਈ ਆਇਆ ਤੇ ਪੰਡ ਨੂੰ ਸਹਾਰਾ ਲਾਇਆ, ਇਹਦੇ ਸਿਰ ਤੇ ਰੱਖੀ। ਭਾਰੀ ਪੰਡ ਧਰ ਕੇ ਜਦੋਂ ਸਿਰ ਦੇ ਉੱਤੇ ਭਾਈ ਮੰਝ ਸ੍ਰੀ ਅੰਮ੍ਰਿਤਸਰ ਵੱਲ ਤੁਰਿਆ। ਹਾਂਜੀ, ਉੱਠੀ ਅੰਧੇਰੀ ਭੀਖਨ ਪਵਨਾ। ਸਾਧ ਸੰਗਤ ਜੀ, ਹਨੇਰਾ ਪੈਣ ਵਾਲਾ ਹੋ ਗਿਆ ਤੇ ਹਨੇਰੇ ਦੇ ਵਿੱਚ ਉਧਰੋਂ ਮਹਾਰਾਜ ਪਰਮੇਸ਼ਰ ਪ੍ਰੀਖਿਆ ਲੈ ਰਹੇ ਸਨ। ਸਤਿਗੁਰੂ ਅਰਜਨ ਦੇਵ ਜੀ, ਹਨੇਰੀ ਚੱਲ ਪਈ। ਹਨੇਰੀ ਦੇ ਨਾਲ ਠੱਕਾ ਵੱਜਣਾ ਸ਼ੁਰੂ ਹੋ ਗਿਆ, ਠੰਡੀ ਹਵਾ, ਔਰ ਉਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ। ਹਾਂਜੀ, ਕੰਕਰ ਸਿਕਤਾ ਖੈਂਚਤ ਬਹਿਓ। ਇਹੋ ਜੀ ਤੇਜ਼ ਹਨੇਰੀ ਆਈ, ਰੇਤਾ ਕੰਕਰ ਉੱਡ ਕੇ ਅੱਖਾਂ 'ਚ ਪੈਂਦਾ ਹੈ। ਹਾਂਜੀ, ਅੰਧਕਾਰ ਕਛ ਜਾਏ ਨਾ ਲਹਿਓ। ਹਨੇਰੇ 'ਚ ਦਿਸਦਾ ਹੀ ਕੁਝ ਨਹੀਂ, ਸੁਝਦਾ ਹੀ ਕੁਝ ਨਹੀਂ, ਅੱਗਾ ਪਿੱਛਾ ਸੱਜਾ ਖੱਬਾ। ਇਹੋ ਜੀ ਮੱਤ ਮਾਰੀ ਹਨੇਰੀ ਨੇ ਕਿ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਜਾਈਏ। ਭਾਰ ਸਿਰ ਦੇ ਉੱਤੇ ਰੱਖਿਆ ਹੋਇਆ, ਬੜੀ ਮੁਸ਼ਕਲ ਨਾਲ ਭਾਈ ਮੰਝ ਜੀ ਤੁਰਦੇ ਨੇ। ਹਾਂਜੀ, ਸਨਮੁਖ ਪੌਣ ਹਟਾਏ ਪਿਛਾਰੀ। ਸਾਹਮਣੇ ਹਵਾ ਜਿਹੜੀ ਹੈ ਉਹ ਬੜੀ ਤੇਜ਼ ਰਫ਼ਤਾਰ ਨਾਲ ਆਉਂਦੀ, ਠੱਕਾ ਵੱਜਦਾ ਹੈ। ਭਾਰ ਸੰਭਾਰਤ ਗਮਹਿ ਅਗਾਰੀ। ਭਾਰੀ ਭਾਰ ਲੱਕੜਾਂ ਦਾ ਸਿਰ ਤੇ ਸੰਭਾਲ ਕੇ ਭਾਈ ਜੀ ਹੌਲੇ ਹੌਲੇ ਅਗਾਂਹ ਨੂੰ ਵੱਧਦੇ ਹਨ। ਧੂੜ ਆਂਖਨ ਮਹਿ ਛਾਈ। ਧੂੜ ਇੰਨੀ ਜ਼ਿਆਦਾ ਸੀ, ਰੇਤਾ ਇੰਨਾ ਜ਼ਿਆਦਾ ਉੱਡਿਆ, ਭਾਈ ਸਾਹਿਬ ਦੀਆਂ ਅੱਖਾਂ 'ਚ ਪੈ ਗਿਆ, ਅੱਖਾਂ 'ਚ ਘੱਟਾ ਪੈ ਗਿਆ, ਦਿਸਣਾ ਵੀ ਬੰਦ ਹੋ ਗਿਆ। ਹਾਂਜੀ, ਚਲਤਿਓ ਨਹਿ ਕਛ ਪਰਹਿ ਦਿਸਾਈ। ਇੰਨਾ ਹਨੇਰਾ ਸੀ, ਇੰਨੀ ਤੂਫਾਨ ਦੀ ਹਨੇਰੀ ਸੀ, ਇੰਨਾ ਘੱਟਾ ਸੀ ਕਿ ਦਿਸਦਾ ਕੁਝ ਨਹੀਂ ਸੀ। ਹਾਂਜੀ, ਪਾਏ ਪੰਥ ਪਾਵਹਿ ਥਿਪ ਜਾਹੇ। ਪਾਏ ਪੰਥ ਪਾਵੇ ਥਿਪ ਜਾਹੇ। ਥਿਪ ਜਾਹੇ ਦਾ ਮਤਲਬ ਹੁੰਦਾ ਵੀ ਪੈਰ ਉਖੜ ਜਾਂਦੇ, ਪੈਰ ਅੱਗੇ ਪੁੱਟਦਾ, ਹਵਾ ਧੱਕ ਕੇ ਪਿਛਾਂ ਕਰ ਦਿੰਦੀ ਹੈ। ਇਸ ਤਰ੍ਹਾਂ ਭਾਈ ਸਾਹਿਬ ਮੰਝ ਜੀ ਜਾ ਰਹੇ ਨੇ। ਚਲਿਓ ਆਏ ਬੜ ਸੰਕਟ ਮਾਹੇ। ਬੜੇ ਭਾਰੀ ਕਸ਼ਟ ਦੇ ਵਿੱਚ ਤੁਰੇ ਆਉਂਦੇ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵੱਲ, ਸਤਿਗੁਰੂ ਅਰਜਨ ਦੇਵ ਜੀ ਦੀ ਨਗਰੀ ਵੱਲ। ਹਾਂਜੀ, ਸਾਧ ਸੰਗਤ ਦੀ ਰਾਹ ਦੇ ਵਿੱਚ ਪੈਰ ਉਖੜਿਆ। ਕੋਈ ਖੂਹ ਸੀਗਾ ਪੁਰਾਣਾ, ਉਹਦੀ ਮਣ ਵੀ ਛੋਟੀ ਸੀ ਤੇ ਥੋੜਾ ਉਹਦੇ 'ਚ ਪਾਣੀ ਸੀ, ਪਾਣੀ ਵੀ ਥੋੜਾ ਸੀ ਖੂਹ ਦੇ ਵਿੱਚ। ਹਾਂਜੀ, ਭਇਓ ਤਿਮਰ ਕੁਛ ਪਰਹਿ ਨਾ ਜਾਨੀ। ਹਨੇਰਾ ਹੋਣ ਕਰਕੇ, ਮਿੱਟੀ ਘਟਾ ਅੱਖਾਂ 'ਚ ਪੈਣ ਕਰਕੇ, ਹਨੇਰੀ ਹੋਣ ਕਰਕੇ ਭਾਈ ਸਾਹਿਬ ਨੂੰ ਸੁੱਝਿਆ ਕੁਛ ਨਹੀਂ। ਹਾਂਜੀ, ਗਿਰਿਓ ਮੰਝ ਤਿਸ ਕੇ ਵਿੱਚ ਜਾਏ। ਗਿਰਿਓ ਮੰਝ ਤਿਸ ਕੇ ਵਿੱਚ ਜਾਏ। ਭਾਈ ਮੰਝ ਜੀ ਉਹਦੇ ਵਿੱਚ ਜਾ ਡਿੱਗੇ ਹਨ। ਸਿਰ ਪਰ ਸੁਸਕ ਕਾਠ ਸਮੁਦਾਏ। ਸੁੱਕੀਆਂ ਲੱਕੜਾਂ ਵੀ ਨਾਲ ਹੀ ਤੇ ਭਾਈ ਸਾਹਿਬ ਖੂਹ ਦੇ ਵਿੱਚ ਜਾ ਪਏ ਹਨ। ਹਾਂਜੀ, ਭਾਰ ਸੰਭਾਰਿਓ ਸਿਰ ਪਰ ਰੱਖਿਓ। ਉਹ ਜਿਹੜੀ ਪੰਡ ਹੈ ਨਾ ਬਾਲਣ ਦੀ, ਉਹ ਸਿਰ ਤੋਂ ਡਿੱਗਣ ਨਹੀਂ ਦਿੱਤੀ। ਆਪ ਖੂਹ 'ਚ ਜਾ ਪਏ ਨੇ, ਪਰ ਜਾ ਕੇ ਖੜੇ ਹੋ ਗਏ ਨੇ ਤੇ ਪੰਡ ਜਿਹੜੀ ਆ ਉਹ ਥੱਲੇ ਗਿੱਲੇ ਪਾਣੀ ਵਿੱਚ ਗਿੱਲੀ ਹੋ ਜਾਏਗੀ, ਇਹ ਸੋਚ ਕੇ ਥੱਲੇ ਨਹੀਂ ਸੁੱਟਣ ਦਿੱਤੀ। ਹਾਂਜੀ, ਭੀਜ ਨਾ ਜਾਏ ਨੀਰ ਤੇ ਲਖਿਓ। ਕਿ ਖੂਹ ਦੇ ਪਾਣੀ ਨਾਲ ਕਿਤੇ ਸੁੱਕਾ ਬਾਲਣ ਭਿੱਜ ਨਾ ਜਾਵੇ, ਖਰਾਬ ਨਾ ਹੋ ਜਾਵੇ। ਅਟਕਹਿ ਲੰਗਰ ਇੰਦਰ ਬਿਨਾ। ਜੇ ਅੱਜ ਬਾਲਣ ਨਾ ਪਹੁੰਚਿਆ, ਗੁਰੂ ਕਾ ਲੰਗਰ ਦਾ ਕੰਮ ਰੁਕ ਜਾਏਗਾ ਤੇ ਲੰਗਰ ਪਕਾਣਾ ਲਾਂਗਰੀ ਸਿੱਖਾਂ ਨੇ ਬਾਲਣ ਦੀ ਲੋੜ ਹੈ। ਹਾਂਜੀ, ਕਹੋ ਦੋਸ਼ ਹੋਏ ਹੈ ਕਨਾ। ਮੈਨੂੰ ਬੜਾ ਦੋਸ਼ ਲੱਗੇਗਾ, ਮੈਨੂੰ ਗੁਰੂ ਮਹਾਰਾਜ ਦੇ ਲੰਗਰਾਂ ਦੀ ਸੇਵਾ ਵਿੱਚ ਕੁਤਾਹੀ ਦਾ ਦੋਸ਼ ਲੱਗੇਗਾ। ਹਾਂਜੀ, ਖਰੋ ਕੂਪ ਮਹਿ ਬਾਰ ਮਝਾਰ। ਪਾਣੀ ਲੱਖ ਲੱਖ ਖੂਹ ਦੇ ਵਿੱਚ ਹੈ ਤੇ ਸਿਰ ਦੇ ਉੱਤੇ ਪੰਡ ਹੈ, ਖੂਹ ਵਿੱਚ ਭਾਈ ਮੰਝ ਖੜਾ ਹੈ। ਹਾਂਜੀ, ਸਿਮਰਹਿ ਕਿਮ ਹੋਏ ਗੁਰਨ ਆਹਾਰ। ਹੁਣ ਸੋਚਦਾ ਵੀ ਗੁਰੂ ਮਹਾਰਾਜ ਦਾ ਲੰਗਰ ਕਿਵੇਂ ਬਣੇਗਾ। ਮੈਂ ਲੇਟ ਹੋ ਗਿਆ, ਸਤਿਗੁਰਾਂ ਦੇ ਲੰਗਰ ਵਿੱਚ ਬਾਲਣ ਦੀ ਲੋੜ ਹੋਣੀ ਹੈ। ਜੇ ਲੰਗਰ ਨਾ ਪੱਕਿਆ, ਸਤਿਗੁਰੂ ਜੀ ਵੀ ਭੁੱਖੇ ਬੈਠੇ ਰਹਿਣਗੇ, ਸੰਗਤ ਵੀ ਭੁੱਖੀ ਬੈਠੀ ਰਹੇਗੀ,
गुरु का लंगर पकड़ च देरी होवेगी, ये मेरी कुताही होवेगी, मेरी सेवा प्रवान नहीं होनी। हाँ जी। प्रेम रंग एक घूमत गुर कै, एक गुरु दे प्यार दे रंग विच रंगिया होया भाई मंझ खूह दे विच लकड़ां दा भार सिर ते चुकी खड़ा है। हाँ जी। लोक लाज कुल कान निवर कै, धन है भाई मंझ जिसने लोक लाज नूं छिके टंग दिता है। पिंडां दी चौधर पुणी सारी अपना जमीन जायदाद कुल कान सब त्याग के जिउंदियां मर के गुरु की सिੱਖੀ धारण की है। हाँ जी। ਧਨ ਤ੍ਰਿਆ ਤਨੁਜਾ ਸਤ ਕੋ ਤਿਆਗ, कवि जी कहते धन भाई मंझ जी हैं जिन्हों ने अपना धन पदार्थ जमीन जायदाद सब कुछ दात ते लाता। अपनी लड़की अपनी बेटी नूं भी गुरु वास्ते वेच दिता ते अपनी पत्नी नूं भी किसी दे घर भांडे मांजण ते ला दिता। कोई छोटी जी गल नहीं है, मर के भी बंदा ये नहीं कर सकता जिहड़ा गुरु के सिख ने गुरु वास्ते कर दिता। हाँ जी। ਰਾਖਿਓ ਦ੍ਰਿੜ ਕਰ ਗੁਰ ਅਨੁਰਾਗ, बस सिर्फ ते सिर्फ इको ते एक गुरु का प्यार, गुरु तो बिना होर कुछ भी नहीं। ये ना निश्चा करना बड़ा औखा है, वो केवल भाई मंझ जी नूं ही शोभदा है। हाँ जी। ਭੋਜਨ ਅਲਪ ਅੰਗ ਦੁਰਲਭ ਦੁਰਬਲ ਹੈ, और फिर गुरु के लंगरां च कई महीनों तो सेवा कर रहे ने ते प्रशादा लंगर च खाण दा हुक्म नहीं है। प्रशादा लोकां दे घरों मंग के खाना पैंदा, कोई रात दी बही रोटी दे दिंदा ते कोई सड़ी रोटी दे दिंदा, कोई अचार नाल दे दिंदा, कोई लूण नाल दे दिंदा। वो भी जिहड़ी है 4 हिस्सिਆਂ 'ਚ वंड के ते चौथा हिस्सा आप खानी है, बाकी लोड़वंदा गरीबां नूं देनी है। कोई सौखी गल नहीं है। इन्नी कमजोरी शरीर च आ गई सी कि शरीर फिर भी सेवा विचों पिछे नहीं सी हटिया। हाँ जी। ਗੁਰ ਪ੍ਰਭ ਪ੍ਰੇਮ ਧਰਿਓ ਬੜ ਬਲ ਹੈ, गुरु दे प्रेम दे बल नाल तुरे फिरदे सन। गुरु चरणां दा प्रेम ही उन्हां दा बल सी, ਉਹੀ उन्हां दी ताकत सी। बाकी शरीर 'ਚ कोई ताकत वाली गल रह नहीं सी गई। दुखियां रोटियां मंग मंग के खाणियां, किन्ना कुछ चिर शरीर नूं ताकत देनी सी उन्हां ने। हाँ जी। ਕਰੀ ਪ੍ਰੇਮ ਨੇ ਖੈਂਚ ਵਿਸਾਲ, गुरु दे प्यार दी खिच पई है। हाँ जी। ਰਹਿਓ ਨ ਗਇਓ ਗੁਰੂ ਤਤਕਾਲ, साध संगत जी रहा नहीं गया। धन गुरु अर्जन देव सच्चे पातशाह जानी जान गए हैं कि साडा सिख खूह च डिग्गा है, सिर ते पंड बन्नी हुई बालन दी खड़ा है। हाँ जी। ਸੰਕਟ ਜਾਣ ਸਿੱਖ ਕਹ ਹੋਵਾ, मेरा सिख संकट विच आ गया, मेरे सिख ते मुसीबत है, कला है, जंगल विच है, खूह विच है, कोई ਉਹਦੇ ਕੋਲ है नहीं ਜਿਹੜਾ ਉਹਨੂੰ ਖੂਹ ਚੋਂ ਕੱਢ ਲਵੇ। हाँ जी। ਬਾਰ ਸਿਰ ਭਾਰ ਖਰੋਵਾ, खूह दे पानी च लक लक पानी है ते सिर ते पंड चुक के खलोता है, कोई भी ਉਹਦੀ आवाज़ सुनने वाला हुण है नहीं ਜਿਹੜਾ ਉਹਨੂੰ ਉੱਥੋਂ ਕੱਢੇਗਾ। सारी रात साडा सिख खूह च किवें खलोएगा, गुरु अर्जन साहब सोचते हैं। हाँ जी। ਇਸ ਹੈ ਜਾਮਨੀ ਸਾਰੀ, ਇਹਨੂੰ ਵਿਚਾਰੇ ਨੂੰ ਸਾਰੀ ਰਾਤ ਇੱਥੇ ਬੀਤ ਜਾਣੀ, ਕਿਸੇ ਨੇ ਜਾ ਕੇ ਨਹੀਂ ਕੱਢਣਾ। हाँ जी। ਕਰੋ ਰਹਿ ਨਹਿ ਭਾਰ ਉਤਾਰੀ, ਤੇ ਇਹ ਜੇ ਸਾਰੀ ਰਾਤ ਵੀ ਬੀਤ ਗਈ, ਇਹਨੇ ਇਦਾਂ ਹੀ ਖਲੋਤੇ ਰਹਿਣਾ, ਪੰਡ ਇਹਨੇ ਵੀ ਨਹੀਂ ਸਿਰ ਤੋਂ ਲਾਣੀ। ਗੁਰੂ ਸਾਹਿਬ ਵੀ ਜਾਣਦੇ ਵੀ ਇਹਦਾ ਨਿਸ਼ਚਾ ਕਿੰਨਾ ਪੱਕਾ, ਇਹਦਾ ਵਿਸ਼ਵਾਸ ਕਿੰਨਾ ਪੱਕਾ ਵੀ ਸਿਰ ਤੇ ਪੰਡ ਇਹਨੇ ਬਾਲਣ ਦੀ ਭਿੱਜਣ ਨਹੀਂ ਦੇਣੀ, ਪਾਣੀ 'ਚ ਨਹੀਂ ਸਿੱਟਣੀ। ਹਾਂਜੀ। ਏ ਕਿਰਪਾ ਨਿਤ ਗਮਨੇ ਐਸੇ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਉੱਠੇ ਨੇ ਤੇ ਬਿਨਾਂ ਪੈਰਾਂ 'ਚ ਜੋੜਾ ਪਾਇਆ ਦੌੜ ਪਏ ਨੇ। ਹਾਂਜੀ। ਕੁੰਚਰ ਕੇ ਮੋਚਨ ਹਿਤ ਜੈਸੇ, ਆਹ ਜਿਵੇਂ ਬਾਣੀ ਚਾਹੁੰਦਾ ਨਾ ਕਿ ਗੱਜ ਜਿਉਂ ਹੋ ਸਹਾਏ। ਕਹਿੰਦੇ ਜਦੋਂ ਹਾਥੀ ਤੰਦੂਏ ਨੇ ਫੜ ਲਿਆ ਸੀ, ਕਥਾ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਬਹੁਤ ਵਾਰੀ ਆਈ ਹੈ, ਭਾਗਵਤ ਵਿੱਚ ਵੀ ਆਈ ਹੈ ਕਿ ਗੱਜ ਨਾਮ ਦਾ ਹਾਥੀ ਸੀ ਜਿਹੜਾ, ਉਹਨੂੰ ਸਾਧ ਸੰਗਤ ਜੀ ਇੱਕ ਤੰਦੂਆ ਹੁੰਦਾ ਪਾਣੀ ਦੇ ਵਿੱਚ, ਬੜੀਆਂ ਤੰਦਾਂ ਵਾਲਾ ਵੱਡਾ ਜੀਵ ਹੁੰਦਾ, ਉਹਨੇ ਪੈਰ ਤੋਂ ਫੜ ਲਿਆ ਤੰਦੂਏ ਨੇ, ਗਰਾਹ ਨੇ, ਉਹ ਹਾਥੀ ਨੂੰ ਥੱਲੇ ਨੂੰ ਖਿੱਚੇ, ਹਾਥੀ ਉਹਦਾ ਨੂੰ ਜ਼ੋਰ ਲਾਵੇ ਪਰ ਨਿਕਲਿਆ ਨਾ ਜਾਵੇ, ਤੇ ਹਾਥੀ ਨੇ ਦੇਖਿਆ ਵੀ ਹੁਣ ਮੈਂ ਡੁੱਬ ਚੱਲਿਆ, ਹੁਣ ਮੇਰੀ ਮੌਤ ਆ ਗਈ ਹੈ। ਉਸ ਵੇਲੇ ਉਸ ਹਾਥੀ ਨੂੰ ਸੁਝਿਆ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਤੇ ਉਹ ਬਚਾ ਲੈਂਦਾ। ਉਹਨੇ ਹਾਥੀ ਨੇ ਉਹ ਮਰਦੇ ਹੋਏ ਨੇ ਕਿਹਾ ਸੀ ਕਿ ਹੇ ਪ੍ਰਭੂ ਹੁਣ ਤੋਂ ਬਚਾ ਮੈਨੂੰ। ਉਸੇ ਵੇਲੇ ਕਰ ਧਰੇ ਚੱਕਰ ਬੈਕੁੰਠ ਤੇ ਆਏ, ਭਗਵਾਨ ਚੱਕਰ ਲੈ ਕੇ ਆਏ ਸਨ। गज हस्ती के प्राण उधारिय ले,
ਕਹਿੰਦੇ ਚੱਕਰ ਮਾਰ ਕੇ ਤੰਦੂਏ ਦੀਆਂ ਤੰਦਾਂ ਕੱਟ ਦਿੱਤੀਆਂ ਤੇ ਹਾਥੀ ਨੂੰ ਬਾਹਰ ਕੱਢ ਲਿਆ ਸੀ। ਜਿਵੇਂ ਸ਼ਰਨ ਆਏ ਗੱਜ ਨੂੰ ਹਾਥੀ ਨੂੰ ਗਰਾਹ ਤੋਂ ਬਚਾ ਲਿਆ ਸੀ, ਇਸੇ ਤਰ੍ਹਾਂ ਉਹ ਦੌੜੇ ਆਏ ਸਨ। ਉਸ ਵੇਲੇ ਉਹਨਾਂ ਨੇ ਕੋਈ ਤਿਆਰੀਆਂ ਨਹੀਂ ਸੀ ਕੀਤੀਆਂ, ਜੋੜੇ ਵੀ ਨਹੀਂ ਸੀ ਪਾਏ। ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭਾਈ ਮੰਝ ਦੀ ਰੱਖਿਆ ਕਰਨ ਲਈ ਇਦਾਂ ਹੀ ਦੌੜ ਪਏ ਹਨ। ਹਾਂਜੀ, ਮਹਾਰਾਜ ਨੰਗੇ ਪੈਰੀ ਛੇਤੀ ਨਾਲ ਗੁਰੂ ਅਰਜਨ ਦੇਵ ਜੀ ਦੌੜੇ ਜਾਂਦੇ ਨੇ, ਸਿੱਖਾਂ ਨੂੰ ਆਵਾਜ਼ ਮਾਰ ਕੇ ਵੀ ਲਿਆਓ ਬਈ ਰੱਸੇ ਲੈ ਕੇ ਆਓ। ਹਾਂਜੀ, ਔਰ ਹਲ ਪੜਾਏ ਦੌੜੇ ਨੇ। ਮਹਾਰਾਜ ਆਪਣੇ ਮੋਢੇ ਦਾ ਚਾਦਰਾ ਵੀ ਨਹੀਂ ਸੰਭਾਲਿਆ। ਹਾਂਜੀ, ਪਿੱਛੇ ਸੇਵਾਦਾਰ ਜੁੱਤੀ ਲੈ ਕੇ ਦੌੜੇ ਮਹਾਰਾਜ ਦੇ ਚਰਨਾਂ ਦੀ ਜੋੜਾ ਲੈ ਕੇ ਵੀ ਪਾਤਸ਼ਾਹ ਜੋੜਾ ਤਾਂ ਪਾ ਲਓ। ਹਾਂਜੀ, ਕਈ ਦੌੜ ਕੇ ਨਾਲ ਰਲੇ ਨੇ, ਕਿਉਂਕਿ ਗੁਰੂ ਅਰਜਨ ਸਾਹਿਬ ਬੜੀ ਤੇਜ਼ੀ ਨਾਲ ਦੌੜੇ ਜਾਂਦੇ ਨੇ। ਹਾਂਜੀ, ਸਤਿਗੁਰੂ ਦੌੜੇ ਦੌੜੇ ਕਹਿੰਦੇ ਨੇ ਰੱਸੇ ਲੈ ਕੇ ਆਓ, ਵੱਡੇ ਵੱਡੀਆਂ ਲੱਜਾਂ ਲਾਸਾਂ ਲੈ ਕੇ ਆਓ। ਆਪ ਖੂਹ ਤੇ ਪਹੁੰਚ ਗਏ ਨੇ ਤੇ ਸਿੱਖਾਂ ਨੂੰ ਰੱਸੇ ਲਿਆਉਣ ਦਾ ਹੁਕਮ ਦੇ ਕੇ ਆਏ ਨੇ। ਹਾਂਜੀ, ਜਦੋਂ ਖੂਹ ਦੇ ਲਾਗੇ, ਕੋਈ ਦੂਰ ਨਹੀਂ ਸੀ, ਕੋਈ ਅੱਧਾ ਕਿਲੋਮੀਟਰ ਸ੍ਰੀ ਅੰਮ੍ਰਿਤਸਰ ਤੋਂ ਬਾਹਰ ਕਿਤੇ ਖੂਹ 'ਚ ਭਾਈ ਸਾਹਿਬ ਜੀ ਡਿੱਗੇ ਸੀਗੇ, ਉੱਥੇ ਪਹੁੰਚ ਗਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਹਾਂਜੀ, ਪਿੱਛੇ ਸਿੱਖਾਂ ਦੇ ਦੌੜ ਕੇ ਜਥਿਆਂ ਦੇ ਜਥੇ ਪਹੁੰਚ ਗਏ। ਫਿਰ ਮਹਾਰਾਜ ਜੋ ਚੱਲੇ ਜਾ ਰਹੇ ਤੇ ਸਾਰੇ ਪਿੱਛੇ ਦੌੜੇ, ਵੀ ਕੀ ਗੱਲ ਹੋ ਗਈ, ਮਹਾਰਾਜ ਕਿੱਧਰ ਦੌੜੇ ਜਾਂਦੇ। ਸਾਰੀਆਂ ਸੰਗਤਾਂ, ਸਾਰੇ ਸਿੱਖ ਗੁਰੂ ਕੇ ਪਿਆਰੇ ਉਹ ਪਿੱਛੇ ਹੀ ਪਹੁੰਚ ਗਏ। ਹਾਂਜੀ, ਮਹਾਰਾਜ ਖੂਹ ਦੇ ਸਭ ਤੋਂ ਪਹਿਲਾਂ ਪਹੁੰਚੇ ਗੁਰੂ ਅਰਜਨ ਦੇਵ ਜੀ, ਨਾਲ ਹੀ ਮਿੰਟ 2 ਮਿੰਟ ਦੇ ਅੰਦਰ ਸਾਰੀਆਂ ਸੰਗਤਾਂ ਪਹੁੰਚ ਗਈਆਂ। ਗੁਰੂ ਸਾਹਿਬ ਖੂਹ ਦੇ ਕੰਢੇ ਤੇ ਖੜ ਕੇ ਆਵਾਜ਼ ਦਿੱਤੀ ਹੈ, ਹਾਂ ਬਈ ਕੌਣ ਹੈ ਤੂੰ? ਜਾਣਦੇ ਤਾਂ ਸਭ ਹਨ, ਪਤਾ ਵੀ ਸਾਡਾ ਸਿੱਖ ਮੰਝ ਹੀ ਹੈ। ਇਮਤਿਹਾਨ ਲੈ ਰਹੇ ਨੇ, ਪ੍ਰੀਖਿਆ ਲੈ ਰਹੇ ਨੇ। ਕਹਿੰਦੇ ਨੇ ਕੌਣ ਹੈ ਬਈ ਤੂੰ ਕਸ਼ਟ ਵਿੱਚ ਪਿਆ ਹੋਇਆ? ਹਾਂਜੀ, ਆ ਲੱਕੜਾਂ ਦਾ ਭਾਰ ਤੂੰ ਸਿਰ ਤੇ ਰੱਖਿਆ ਹੈ ਤੇ ਖੂਹ ਦੇ ਵਿੱਚ ਖੜਾ ਹੈ, ਕੌਣ ਹੈ ਤੂੰ? ਹਾਂਜੀ, ਇਹਨੂੰ ਗੇਰ ਕਿਉਂ ਨਹੀਂ ਦਿੰਦਾ ਪਾਣੀ ਦੇ ਵਿੱਚ ਲੱਕੜਾਂ ਨੂੰ? ਇਹ ਲੱਕੜ ਬਾਲਣੀ ਹੈ, ਕੀ ਹੈ? ਕੁਛ ਨਹੀਂ, ਇਹਨਾਂ ਨੂੰ ਕੁਝ ਸਿੱਟ ਦੇ ਤੇ ਆ ਜਾ ਬਾਹਰ। ਹਾਂਜੀ, ਤੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ ਜੀ ਮੇਰਾ ਨਾਮ ਮੰਝ ਹੈ। ਹਾਂਜੀ, ਮੈਂ ਸਤਿਗੁਰੂ ਮਹਾਰਾਜ ਜੀ ਦਾ ਸੇਵਕ ਹਾਂ, ਉਹਨਾਂ ਦੇ ਘਰ ਦਾ ਗੁਲਾਮ ਹਾਂ, ਉਹਨਾਂ ਦੇ ਘਰ ਦਾ ਸੇਵਾਦਾਰ ਹਾਂ। ਹਾਂਜੀ, ਇਹਨਾਂ ਨੂੰ ਰੱਸੀਆਂ ਵਾਲੇ ਸਿੱਖ ਰੱਸੀਆਂ ਵੀ ਲੈ ਆਏ। ਹਾਂਜੀ, ਤੇ ਗੁਰੂ ਮਹਾਰਾਜ ਦੀ ਪਾਲਕੀ ਵੀ ਲੈ ਆਏ, ਸਤਿਗੁਰੂ ਜੀ ਦੀ ਪਾਲਕੀ ਵੀ ਲੈ ਆਏ। ਜਿੱਤ ਗੁਰੂ ਸਾਹਿਬ ਵਾਪਸ ਆਉਣਗੇ ਤੇ ਪਾਲਕੀ 'ਚ ਬਹਾ ਲਵਾਂਗੇ। ਹਾਂਜੀ, ਕੋਈ ਘੋੜੇ ਤੇ ਕਾਠੀ ਪਾ ਕੇ ਲੈ ਆ ਵੀ ਮਹਾਰਾਜ ਘੋੜੇ ਤੇ ਵਾਪਸ ਆ ਜਾਣਗੇ। ਹਾਂਜੀ, ਕੋਈ ਪਾਲਕੀ ਚੁੱਕੀ ਆਉਂਦਾ ਤੇ ਕੋਈ ਘੋੜਾ ਲੈ ਕੇ ਆ ਰਿਹਾ ਗੁਰੂ ਸਾਹਿਬ ਵਾਸਤੇ। ਹਾਂਜੀ, ਕਹਿੰਦੇ ਮਹਾਰਾਜ ਨੇ ਰੱਸੀਆਂ ਜਿਹੜੀਆਂ ਖੂਹ ਦੇ ਵਿੱਚ ਲਟਕਾਈਆਂ ਹਨ। ਹਾਂਜੀ, ਬਾਈ ਆ ਰੱਸੀ ਫੜ ਕੇ ਬਾਹਰ ਆ ਜਾ ਤੂੰ, ਏਦਾਂ ਹੁਕਮ ਦਿੱਤਾ ਹੈ। ਹਾਂਜੀ, ਕਹਿਣ ਲੱਗਾ ਮਹਾਰਾਜ ਪਹਿਲਾਂ ਮੇਰਾ ਇਹ ਬਾਲਣ ਸੁੱਕਾ ਬਾਹਰ ਕੱਢੋ, ਫਿਰ ਮੈਂ ਬਾਹਰ ਨਿਕਲਾਂਗਾ। ਜਿੰਨਾ ਚਿਰ ਬਾਲਣ ਬਾਹਰ ਨਹੀਂ ਕੱਢੋਗੇ ਮੈਂ ਬਾਹਰ ਨਹੀਂ ਆਉਣਾ। ਹਾਂਜੀ, ਜੇ ਮੈਂ ਥੱਲੇ ਰੱਖਾਂਗਾ ਪਾਣੀ ਵਿੱਚ ਗਿੱਲਾ ਹੋ ਜਾਏਗਾ, ਖਰਾਬ ਹੋ ਜਾਏਗਾ, ਬਾਲਣ ਸੁੱਕਾ ਨਹੀਂ ਰਹੇਗਾ, ਲੰਗਰ ਕਿਵੇਂ ਪੱਕੇਗਾ? ਇਸ ਕਰਕੇ ਸੁੱਕਾ ਬਾਲਣ ਪਹਿਲਾਂ ਬਾਹਰ ਕੱਢ ਲਓ ਸਤਿਗੁਰੂ ਜੀ, ਫਿਰ ਮੈਂ ਬਾਹਰ ਆ ਜਾਵਾਂਗਾ। ਹਾਂਜੀ, ਪਹਿਲਾਂ ਬਾਲਣ ਕੱਢ ਲਓ, ਪਿੱਛੋਂ ਮੈਨੂੰ ਵੀ ਕੱਢ ਲਿਆ ਜੇ। ਤੇ ਇਹ ਬਾਲਣ ਸਤਿਗੁਰਾਂ ਦੇ ਲੰਗਰਾਂ ਵਿੱਚ ਲੈ ਚੱਲੀਏ। ਹਾਂਜੀ, ਸੋ ਜਦੋਂ ਰੱਸੀਆਂ ਥੱਲੇ ਲਟਕੀਆਂ, ਭਾਈ ਮੰਝ ਨੇ ਰੱਸੀ ਫੜ ਕੇ ਆਪਣੇ ਸਿਰ ਤੇ ਜਿਹੜਾ ਬਾਲਣ ਦਾ ਭਾਰ ਸੀਗਾ ਉਹਨਾਂ ਰੱਸੀਆਂ ਦੇ ਨਾਲ ਬੰਨ੍ਹ ਦਿੱਤਾ ਤੇ ਸਿੱਖਾਂ ਨੇ ਖਿੱਚ ਕੇ ਬਾਹਰ ਕੱਢ ਲਿਆ। ਹਾਂਜੀ, ਗੁਰੂ ਕੇ ਸਿੱਖਾਂ ਨੇ ਖਿੱਚ ਕੇ ਬਾਹਰ ਵਾਹਵਾ 1.5-2 ਮਣ ਭਾਰ ਸੀਗਾ, ਕਿਉਂਕਿ ਪੁਰਾਣੇ ਲੋਕ ਤਗੜੇ ਹੁੰਦੇ ਸੀ, ਬਲੀ ਹੁੰਦੇ ਸੀ ਤੇ ਭਾਰ ਚੰਗਾ ਚੁੱਕਿਆ ਕਰਦੇ ਸੀ।
ਭਾਈ ਮੰਝ ਜੀ ਦਾ ਰੋਜ਼ ਦਾ ਕੰਮ ਸੀ 3-4 ਪੰਡਾਂ ਰੋਜ਼ ਬਾਲਣ ਦੀਆਂ ਢੋਂਦੇ ਸਨ ਤੇ ਬੜੇ ਬਲੀ ਸਨ ਪਹਿਲਾਂ ਤਾਂ, ਪਰ ਹੁਣ ਸਰੀਰ ਕੁਝ ਮਹੀਨਿਆਂ ਤੋਂ ਭੁੱਖੇ ਰਹਿਣ ਕਰਕੇ, ਪ੍ਰਸ਼ਾਦਾ ਘੱਟ ਛਕਣ ਕਰਕੇ ਕਮਜ਼ੋਰ ਹੋ ਚੁੱਕਾ ਸੀ, ਪਰ ਫਿਰ ਵੀ ਸੇਵਾ ਉਹ ਬੜੇ ਬਲ ਨਾਲ ਕਰਦੇ ਸਨ। ਉਹਨਾਂ ਦੇ ਸਿਰ ਤੋਂ ਉਹ ਪੰਡ ਸਿੱਖਾਂ ਨੇ ਬਾਹਰ ਕੱਢ ਲਈ ਹੈ। ਹਾਂਜੀ, ਫਿਰ ਦੁਬਾਰਾ ਰੱਸੀਆਂ ਸੁੱਟੀਆਂ ਨੇ ਤੇ ਭਾਈ ਮੰਝ ਨੂੰ ਬਾਹਰ ਕੱਢਿਆ ਹੈ। ਹਾਂਜੀ, ਬੜੇ ਬਲ ਦੇ ਨਾਲ ਭਾਈ ਮੰਝ ਵੀ ਖੂਹ ਤੋਂ ਬਾਹਰ ਆ ਗਿਆ। ਹਾਂਜੀ, ਗੁਰੂ ਅਰਜਨ ਦੇਵ ਜੀ ਖੂਹ ਦੇ ਕੋਲ ਖੜੇ ਭਾਈ ਮੰਝ ਨੇ ਦੇਖੇ ਹਨ ਵੀ ਮੇਰੇ ਮਾਲਕ ਆ ਗਏ ਹਨ। ਹਾਂਜੀ, ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿਣ ਲੱਗਾ, ਮਹਾਰਾਜ ਇਹ ਕੋਈ ਤੁਹਾਡੇ ਲਈ ਨਵੀਂ ਗੱਲ ਨਹੀਂ ਹੈ, ਇਹ ਤੁਸੀਂ ਅੱਜ ਨਹੀਂ ਕੀਤਾ, ਹਰ ਯੁੱਗ ਦੇ ਵਿੱਚ ਤੁਸੀਂ ਇੱਦਾਂ ਕਰਦੇ ਰਹੇ ਹੋ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਲਾਦ ਤਰਾਇਆ। ਮਹਾਰਾਜ ਆਪਣੇ ਭਗਤਾਂ ਦੀ ਲਾਜ ਰੱਖਣ ਲਈ ਤੁਸੀਂ ਹਰ ਯੁੱਗ ਦੇ ਵਿੱਚ ਸਹਾਈ ਹੋਏ ਹੋ। ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਹਾਂਜੀ, ਆਪ ਜੀ ਆਪਣੇ ਸਿੱਖਾਂ ਸੇਵਕਾਂ ਦੀ ਦਿਨ ਰਾਤ ਸਹਾਇਤਾ ਕਰਦੇ ਹੋ, ਹਰ ਵੇਲੇ ਆਪਣੇ ਸੇਵਕਾਂ ਦੇ ਅੰਗ ਸੰਗ ਰਹਿੰਦੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ, ਜਦੋਂ ਹਾਥੀ ਨੂੰ ਬੜਾ ਭਾਰੀ ਕਸ਼ਟ ਹੋਇਆ ਸੀ, ਹਾਥੀ ਡੁੱਬਣ ਲੱਗਾ ਸੀ ਪਾਣੀ ਦੇ ਵਿੱਚ। ਹਾਂਜੀ, ਉਸ ਡੁੱਬਦੇ ਹਾਥੀ ਨੇ ਜਿਹਦੀਆਂ ਲੱਤਾਂ ਨੂੰ, ਅਗਲੀਆਂ ਲੱਤਾਂ ਨੂੰ ਤੰਦੂਏ ਨੇ ਫੜਿਆ ਹੋਇਆ ਸੀ ਤੇ ਉਹ ਥੱਲੇ ਖਿੱਚ ਰਿਹਾ ਸੀ। ਤੰਦੂਆ ਬੜਾ ਵੱਡਾ ਸੀ, ਬਲੀ ਸੀ ਤੇ ਹਾਥੀ ਦਾ ਜ਼ੋਰ ਲੱਗ ਗਿਆ, ਹਾਥੀ ਡੁੱਬਣ ਲੱਗਾ। ਉਹਨੇ ਉਸੇ ਸਰੋਵਰ ਵਿੱਚੋਂ ਕਮਲ ਦਾ ਫੁੱਲ ਤੋੜ ਕੇ ਭਗਵਾਨ ਨੂੰ ਭੇਟਾ ਕੀਤਾ ਸੁੰਡ ਦੇ ਨਾਲ ਤੇ ਆਖਿਆ ਕਿ ਗਰੀਬ ਨਵਾਜ, ਮੇਰੀ ਗਰੀਬ ਦੀ ਇੰਨੀ ਕੀ ਭੇਟਾ ਪ੍ਰਵਾਨ ਕਰ ਤੇ ਮੈਨੂੰ ਬਚਾ ਲੈ। ਤੇ ਉਸ ਵੇਲੇ ਸੱਚੇ ਪਾਤਸ਼ਾਹ ਤੁਸੀਂ ਬੈਕੁੰਠ ਤੋਂ ਆਏ ਸੀ, ਤੁਹਾਡੇ ਹੱਥ ਵਿੱਚ ਸੁਦਰਸ਼ਨ ਚੱਕਰ ਸੀ, ਮਾਰ ਕੇ ਚੱਕਰ ਤੰਦੂਏ ਦੀਆਂ ਤੰਦਾਂ ਕੱਟ ਦਿੱਤੀਆਂ ਤੇ ਹਾਥੀ ਨੂੰ ਬਚਾ ਲਿਆ ਸੀ। ਹਾਂਜੀ, ਉਸ ਵੇਲੇ ਮਹਾਰਾਜ ਲక్ష్ਮੀ ਤੁਹਾਡੇ ਚਰਨ ਪਲੋਸ ਰਹੀ ਸੀ, ਤੁਹਾਡੇ ਚਰਨਾਂ ਦੇ ਵਿੱਚ ਬੈਠੀ ਤੁਹਾਡੀ ਸੇਵਾ ਕਰ ਰਹੀ ਸੀ। ਨਾ ਤੁਸੀਂ ਲక్ష్ਮੀ ਨੂੰ ਪੁੱਛਿਆ ਸੀ ਤੇ ਨਾ ਹੀ ਪੈਰਾਂ ਵਿੱਚ ਖੜਾਵਾਂ ਪਾਈਆਂ ਸੀ, ਨੰਗੇ ਪੈਰੀਂ ਆਏ ਸੀ। ਉਦੋਂ ਵੀ ਤੁਸੀਂ ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਬਾਰੀਏ ਲੈ। ਹਾਂਜੀ, ਉਸ ਵੇਲੇ ਮਹਾਰਾਜ ਹਾਥੀ ਦੀ ਆਪ ਜੀ ਨੇ ਆ ਕੇ ਮਦਦ ਕੀਤੀ ਸੀ। ਦੋ ਸ਼ਾਸਨ ਕੀ ਸਭਾ ਦਰੋਪਤੀ, ਅੰਬਰ ਲੇਤ ਉਬਾਰੀਏ ਲੈ। ਦੂਜੀ ਮਿਸਾਲ ਦਿੰਦੇ ਨੇ ਮਹਾਰਾਜ ਕਿ ਜਦੋਂ ਦੋ ਸ਼ਾਸਨ ਕੇਸਾਂ ਤੋਂ ਫੜ ਕੇ ਦੁਰਯੋਧਨ ਦਾ ਕਹਿਣਾ ਮੰਨ ਕੇ ਦਰੋਪਤੀ ਨੂੰ ਭਰੇ ਦਰਬਾਰ ਵਿੱਚ ਬੇਇੱਜ਼ਤ ਕਰਨ ਲਈ ਲੈ ਕੇ ਆਇਆ ਸੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਦੇਖਦੇ ਔਕਟ ਰੁੱਧੀ ਨਾਰ ਜਿਨ੍ਹਾਂ ਦੀ। ਉਸ ਵੇਲੇ ਦਰੋਪਤੀ ਨੇ ਆਖਿਆ ਸੀ, ਹੇ ਭਗਵਾਨ ਹੁਣ ਮੇਰੀ ਲਾਜ ਰੱਖ ਲੈ, ਤੇ ਸੱਚੇ ਪਾਤਸ਼ਾਹ ਤੁਸੀਂ ਉਹਦੀ ਵੀ ਲਾਜ ਰੱਖ ਲਈ ਸੀ। ਹਾਂਜੀ, ਔਰ ਜਿਵੇਂ ਹਾਥੀ ਨੂੰ ਡੁੱਬਦਿਆਂ ਬਚਾ ਲਿਆ, ਦਰੋਪਤੀ ਦਾ ਪਰਦਾ ਢੱਕ ਲਿਆ। ਇਹ ਸੱਚੇ ਪਾਤਸ਼ਾਹ ਆਪ ਜੀ ਨੇ ਹਮੇਸ਼ਾ ਹੀ ਆਪਣੇ ਸੇਵਕਾਂ ਦੀ ਲਾਜ ਰੱਖੀ ਹੈ। ਆਪ ਜੀ ਆਪਣੇ ਸੇਵਕਾਂ ਦਾ, ਆਪਣੇ ਭਗਤਾਂ ਦਾ, ਆਪਣੇ ਸ਼ਰਨ ਆਇਆਂ ਦਾ ਦੁੱਖ ਨਹੀਂ ਸਹਾਰ ਸਕਦੇ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਸੰਤ ਦੁਖੀ ਹੁੰਦੇ ਨੇ ਮਹਾਰਾਜ ਤੁਸੀਂ ਦੁਖੀ ਹੋ ਜਾਂਦੇ ਹੋ, ਜੇ ਸੰਤ ਸੁਖੀ ਹੁੰਦੇ ਨੇ ਤੁਸੀਂ ਸੁਖੀ ਹੋ ਜਾਂਦੇ ਹੋ। ਤੁਹਾਡੀ ਤਾਂ ਖੇਡ ਹੀ ਐਸੀ ਹੈ ਮਹਾਰਾਜ। ਹਾਂਜੀ, ਜਿਹੜਾ ਵੀ ਸ਼ਕਤੀ ਤੋਂ ਹੀਣਾ, ਕਮਜ਼ੋਰ, ਨਿਮਾਣਾ, ਨਿਤਾਣਾ, ਨਿਆਸਰਾ ਤੁਹਾਡੀ ਸ਼ਰਨ 'ਚ ਆ ਜਾਂਦਾ ਹੈ। ਹਾਂਜੀ, ਉਹਦੀ ਦਰੋਪਤੀ ਦੀ ਤਰ੍ਹਾਂ ਲਾਜ ਰੱਖਦੇ ਹੋ। ਦਰੋਪਤੀ ਨੇ ਪਹਿਲਾਂ ਤਾਂ ਕਹਿੰਦੇ ਹੈ ਵੀ ਜਦੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆ ਕੇ ਲਾਜ ਰੱਖ ਲਈ ਨਾ, ਉਸ ਤੋਂ ਬਾਅਦ ਕਾਫੀ ਸਮਾਂ ਬਾਅਦ ਦਰੋਪਤੀ ਇੱਕ ਵਾਰੀ ਕ੍ਰਿਸ਼ਨ ਜੀ ਨੂੰ ਸਵਾਲ ਪੁੱਛਦੀ ਹੈ, ਕਹਿੰਦੀ
ਉਹ ਭਰਾ ਭੈਣ ਦਾ ਰਿਸ਼ਤਾ ਰੱਖਦੀ ਸੀ, ਭਰਾ ਹੀ ਕਹਿੰਦੀ ਸੀ ਵੀ ਮੇਰਾ ਭਰਾ ਹੈ। ਕਹਿਣ ਲੱਗੀ ਭਗਵਾਨ ਜੀ ਮੈਂ ਗੱਲ ਪੁੱਛਣੀ ਹੈ ਕਿ ਤੁਸੀਂ ਦੇਰੀ ਨਾਲ ਕਿਉਂ ਆ ਗਏ ਸੀ? ਦੇਰੀ ਨਾਲ ਆਏ ਸੀ ਥੋੜਾ ਜਿਹਾ, ਜੇ ਪਹਿਲਾਂ ਆ ਜਾਂਦੇ ਮੇਰੇ ਕੇਸਾਂ ਤੋਂ ਫੜਿਆ ਜਦੋਂ ਉਹਨਾਂ ਨੇ ਮੈਨੂੰ ਘੜੀਸ ਕੇ ਲਿਆਂਦਾ ਉਦੋਂ ਹੀ ਆ ਜਾਂਦੇ। ਤੇ ਭਗਵਾਨ ਕਹਿਣ ਲੱਗੇ ਦ੍ਰੋਪਦੀ ਕਸੂਰ ਤੇਰਾ ਹੈ ਮੇਰਾ ਨਹੀਂ। ਤੂੰ ਉਸ ਵੇਲੇ ਮੈਨੂੰ ਯਾਦ ਕਰਨ ਤੋਂ ਪਹਿਲਾਂ ਕਈਆਂ ਹੋਰਾਂ ਨੂੰ ਯਾਦ ਕੀਤਾ ਸੀ। ਤੂੰ ਦੇਖਿਆ ਸੀ ਆਪਣੇ ਪਤੀਆਂ ਵੱਲ ਵੀ ਬੜੇ ਬਲੀ ਨੇ, ਇਹ ਛੁਡਾ ਲੈਣਗੇ, ਪਰ ਉਹ ਤਾਂ ਜੂਏ 'ਚ ਹਾਰ ਚੁੱਕੇ ਸਨ। ਤੂੰ ਦੇਖਿਆ ਸੀ ਭੀਸ਼ਮ ਪਿਤਾਮੇ ਵੱਲ, ਬਜ਼ੁਰਗ ਹੈ ਵੱਡਾ ਹੈ, ਪਰ ਉਹ ਤਾਂ ਰਾਜ ਗੱਦੀ ਨਾਲ ਬੱਝਾ ਹੋਇਆ ਸੀ। ਤੂੰ ਵੇਖਿਆ ਸੀ ਗੁਰੂ ਦ੍ਰੋਣਾਚਾਰਿਆ, ਕਿਰਪਾਚਾਰਿਆ, ਬਿਦਰ, ਤੇਰੀ ਮਦਦ ਦੀ ਆਸ ਉਹਨਾਂ ਉੱਤੇ ਸੀ ਵੀ ਉਹ ਤੇਰੀ ਮਦਦ ਕਰਨਗੇ। ਜਦੋਂ ਤੂੰ ਸਾਰਿਆਂ ਵੱਲੋਂ ਨਿਰਾਸ਼ ਹੋ ਗਈ ਫਿਰ ਤੂੰ ਮੈਨੂੰ ਯਾਦ ਕੀਤਾ। ਬੰਦਾ ਰੱਬ ਨੂੰ ਯਾਦ ਕਰਦਾ ਹੀ ਉਦੋਂ ਹੈ ਜਦੋਂ ਬੰਦੇ ਵੱਲੋਂ ਆਸ ਮੁੱਕਦੀ ਹੈ। ਜੇ ਪਹਿਲਾਂ ਹੀ ਕਰ ਲਵੇ ਤੇ ਉਹ ਪਹਿਲਾਂ ਹੀ ਆ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਆਸ ਮਨੁੱਖ ਦੀ ਲਾਉਂਦੇ ਹਾਂ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਪਹਿਲਾਂ ਹੀ ਆਸ ਉਹਦੀ ਲਾ ਲਓ ਤੇ ਗੱਲ ਮੁੱਕ ਜਾਵੇ, ਪਰ ਪਹਿਲਾਂ ਬੰਦੇ ਦੀ ਆਸ ਰੱਖਦੇ ਹਾਂ। ਸੋ ਭਾਈ ਮੰਝ ਜੀ ਕਹਿੰਦੇ ਸੱਚੇ ਪਾਤਸ਼ਾਹ ਜਦੋਂ ਦ੍ਰੋਪਦੀ ਨੇ ਯਾਦ ਕੀਤਾ ਸੀ ਉਦੋਂ ਵੀ ਆ ਗਏ ਸੀ ਤੁਸੀਂ। ਹਾਂਜੀ, ਅੰਬਰੀਕ ਕੋ ਨਿਰਭੈ ਦੀਨਸ, ਔਰ ਅਮਰੀਕ ਨੂੰ ਤੁਸੀਂ ਨਿਰਭੈ ਕਰ ਦਿੱਤਾ ਸੀ। ਅਮਰੀਕ ਰਾਜਾ ਹੋਇਆ ਸ੍ਰੀ ਰਾਮ ਚੰਦਰ ਜੀ ਦੇ ਦਾਦੇ ਪੜਦਾਦਿਆਂ, ਉਹਨਾਂ ਦਾ ਵੀ ਦਾਦਾ ਪੜਦਾਦਾ ਹੋਇਆ, ਅਯੁੱਧਿਆ ਦਾ ਰਾਜਾ ਹੋਇਆ, ਬੜਾ ਪੁਰਾਣਾ ਰਾਜਾ ਹੋਇਆ। ਭਾਈ ਗੁਰਦਾਸ ਜੀ ਨੇ ਦੀ ਕਥਾ ਆਪਣੀਆਂ ਵਾਰਾਂ 'ਚ ਲਿਖੀ ਹੈ। ਅਮਰੀਕ ਮੂੰਹ ਵਰਤ ਹੈ, ਰਾਤ ਪਈ ਦੁਰਭਾਸ਼ਾ ਆਇਆ। ਰਾਤ ਦਾ ਟਾਈਮ ਸੀਗਾ ਜਦੋਂ ਸਾਰਾ ਦਿਨ ਤਾਂ ਅਮਰੀਕ ਰਾਜੇ ਦਾ ਵਰਤ ਸੀ, ਇਕਾਦਸ਼ੀ ਦਾ ਵਰਤ ਸੀ। ਸਾਰਾ ਦਿਨ ਰਾਜੇ ਨੇ ਰੋਟੀ ਨਹੀਂ ਸੀ ਖਾਧੀ। ਰਾਤ ਨੂੰ ਜਦੋਂ ਰੋਟੀ ਖਾਣ ਦਾ ਟਾਈਮ ਸੀ ਤੇ ਦੁਰਭਾਸ਼ਾ ਰਿਸ਼ੀ ਆ ਗਿਆ। ਰਾਤ ਪਈ ਦੁਰਭਾਸ਼ਾ ਆਇਆ, ਭੀੜਾ ਉਸ ਉਪਾਰਣਾ, ਉਹ ਉਠ ਨਹਾਵਣ ਨਦੀ ਸਦਾਇਆ। ਤੇ ਉਹਨੇ ਆਖਿਆ ਵੀ ਹੁਣ ਘਰ ਆ ਗਿਆ ਰਿਸ਼ੀ, ਪਹਿਲਾਂ ਰੋਟੀ ਇਹਨੂੰ ਖਵਾਉਣੀ ਪੈਣੀ ਹੈ, ਫਿਰ ਆਪ। ਇਹ ਤਾਂ ਮਰਿਆਦਾ ਹੈ ਨਾ ਵੀ ਜੇ ਕੋਈ ਘਰ ਆ ਜਾਵੇ ਪਹਿਲਾਂ ਉਹਨੂੰ ਖਵਾਈ ਦੀ ਹੈ ਫਿਰ ਆਪ ਖਾਈ ਦੀ। ਜੇ ਆਪ ਖਾ ਲਈਏ ਪਹਿਲਾਂ ਤਾਂ ਉਹ ਪ੍ਰਵਾਨ ਨਹੀਂ ਹੁੰਦੀ, ਸੇਵਾ ਨਹੀਂ ਮੰਨੀ ਜਾਂਦੀ। ਤਾਂ ਪਹਿਲਾਂ ਲੰਗਰ ਜਿਹੜਾ ਆਏ ਗਏ ਨੂੰ ਛਕਾਉਣਾ, ਸੰਤ ਨੂੰ ਛਕਾਉਣਾ। ਉਹ ਸੰਤ ਇਹੋ ਜਿਹਾ ਉਹ ਐਨ ਮੌਕੇ ਤੇ ਆਇਆ ਜਾਣ ਬੁੱਝ ਕੇ, ਤੇ ਉਸ ਤੋਂ ਬਾਅਦ ਨਹਾਉਣ ਚਲਾ ਗਿਆ। ਉਹ ਉੱਠ ਨਹਾਵਣ ਨਦੀ ਸਦਾਇਆ ਵੀ ਮੈਂ ਨਹਾ ਕੇ ਆਵਾਂਗਾ, ਫਿਰ ਆ ਕੇ ਰੋਟੀ ਖਾਵਾਂ। ਨਦੀ ਤੇ ਗਿਆ, ਜਾਣ ਕੇ ਲੇਟ ਹੋ ਗਿਆ। ਰਾਜੇ ਦੇ ਵਿਚਾਰੇ ਦੀ ਭੁੱਖ ਬੜੀ ਜ਼ਿਆਦਾ ਸੀਗੀ, ਸਵੇਰ ਦਾ ਕੁਝ ਖਾਧਾ ਨਹੀਂ ਸੀ। ਰਾਜੇ ਨੇ ਹਾਰ ਕੇ ਉਡੀਕ ਕੇ ਭਗਵਾਨ ਨੂੰ ਭੋਗ ਲਾ ਕੇ ਆਪ ਛਕ ਲਿਆ। ਚਰਨ ਉਦਕ ਲੈ ਭੋਖਿਆ, ਉਹ ਸ਼ਰਾਪ ਦੇਵਨ ਨੂੰ ਧਾਇਆ। ਤੇ ਦੁਰਭਾਸ਼ਾ ਤਾਂ ਹੈ ਹੀ ਦੁਰਭਾਸ਼ਾ ਸੀ, ਗੁੱਸੇ 'ਚ ਆ ਕੇ ਲਾਲ ਪੀੜਾ ਹੋਏ, ਕਹਿੰਦਾ ਮੈਂ ਤੈਨੂੰ ਸ਼ਰਾਪ ਦੇ ਹੁਣੇ ਖਤਮ ਕਰਾਂਗਾ। ਜਦੋਂ ਸ਼ਰਾਪ ਦੇਣ ਲੱਗਾ, ਅਮਰੀਕ ਨੇ ਪਰਮੇਸ਼ਰ ਨੂੰ ਯਾਦ ਕੀਤਾ ਵੀ ਇਸ ਬਲਾ ਤੋਂ ਮੈਨੂੰ ਤੂੰ ਹੀ ਬਚਾ ਸਕਦਾ। ਤਾਂ ਭਗਵਾਨ ਨੇ ਸੁਦਰਸ਼ਨ ਚੱਕਰ ਛੱਡਿਆ। ਚੱਕਰ ਸੁਦਰਸ਼ਨ ਕਾਲ ਰੂਪ ਹੋਏ ਭਿਆਵਲ, ਡਰਾਇਆ ਡਰਾਇਆ। ਕਹਿੰਦੇ ਭਗਵਾਨ ਨੇ ਚੱਕਰ ਛੱਡਿਆ, ਦੁਰਭਾਸ਼ਾ ਅੱਗੇ ਅੱਗੇ, ਚੱਕਰ ਪਿੱਛੇ ਪਿੱਛੇ। ਤਿੰਨਾਂ ਲੋਕਾਂ 'ਚ ਖੰਡਾਂ ਬ੍ਰਹਮੰਡਾਂ 'ਚ ਭਟ ਗਿਆ, ਕਿਤੇ ਵੀ ਚੱਕਰ ਤੋਂ ਜਾਨ ਨਹੀਂ ਛੁੱਟੀ। ਭਗਵਾਨ ਕੋਲ ਗਿਆ, ਕਹਿੰਦਾ ਬਚਾ ਲਓ। ਕਹਿੰਦੇ ਮੈਂ ਨਹੀਂ ਬਚਾ ਸਕਦਾ, ਉਹਦੇ ਪੈਰੀਂ ਪੈ ਜਿਹੜਾ ਸਾਡਾ ਭਗਤ ਖੜਾ ਭੁੱਖਾ ਸਵੇਰ ਦਾ। ਮਾਰੀ ਦਾ ਅਮਰੀਕ ਛਡਾਇਆ। ਫਿਰ ਦੁਰਭਾਸ਼ਾ ਰਿਸ਼ੀ ਮਰਿੰਦਾ ਆ ਕੇ ਅਮਰੀਕ ਦੇ ਪੈਰੀਂ ਪਿਆ ਵੀ ਮੈਨੂੰ ਬਚਾ। ਉਹਨੇ ਅਰਦਾਸ ਕੀਤੀ, ਮਹਾਰਾਜ ਛੱਡ ਦਿਓ ਉਹਨਾਂ ਨੂੰ। ਤੇ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਪਰਮੇਸ਼ਰ ਜੀ ਆਪਣੇ ਭਗਤਾਂ ਦੀ ਲਾਜ ਰੱਖਦੇ ਨੇ। ਅਮਰੀਕ ਕੋ ਨਿਰਭੈ ਦੀਨਸ, ਅਮਰੀਕ ਰਾਜੇ ਨੂੰ ਨਿਰਭੈ ਕੀਤਾ ਦੁਰਭਾਸ਼ੇ ਦੇ ਸ਼ਰਾਪ ਤੋਂ। ਹਾਂਜੀ, ਭਾਈ ਮੰਝ ਜੀ ਕਹਿੰਦੇ ਹੈ ਸੱਚੇ ਪਾਤਸ਼ਾਹ ਹਰ ਯੁੱਗ ਵਿੱਚ ਤੁਸੀਂ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲੇ ਹੋ, ਤੁਹਾਡੇ ਗੁਣ ਕੌਣ ਗਿਣਾ ਸਕਦਾ ਹੈ। ਤੁਹਾਨੂੰ ਮਹਾਰਾਜ ਸਭ ਸ੍ਰਿਸ਼ਟੀ ਸੇਵਦੀ ਹੈ। ਸ਼ੇਸ਼ਨਾਗ ਤੁਹਾਡੇ ਨਾਮ ਜਪਦੇ ਦਿਨ ਰਾਤ, ਤੇ ਸ਼ਾਰਦਾ ਵੀ ਤੁਹਾਡਾ ਨਾਮ ਜਪਦੀ ਦਿਨ ਰਾਤ। ਹਾਂ, ਮੰਗ ਮੰਗ ਭੋ ਮੰਨ ਸਜਾਨਾ। ਤੇ ਸਤਿਗੁਰੂ ਖੁਸ਼ ਹੋ ਕੇ ਕਹਿਣ ਲੱਗੇ, ਭਾਈ ਮੰਝ
तेरी सिक्खी तो कुर्बान मंग की मंगदा है, हुण जो मंगेगा मिल जाएगा। हाँ जी, हम प्रसन्न लेहो वांछित दान। असी खुश हो गए हैं तेरी सेवा वेख के, तेरी शरधा वेख के, तेरा सिदक वेख के। मंग की मंगदा है। हाँ जी, काल परी सब तेरी थाए। तेरी सेवा घालना थाएं पै गई है, प्रवान हो गई है। हाँ जी, जगत कलेश छुटे समुदाय। जगत दे सारे कलेश कट्टे गए हैं तेरे। हाँ जी, बोलियो मन करी अरदास। भाई मंझ जी अरदास करदे महाराज दे चरनां च बेनती करदे हन। यही मांग हो रावर पास। हे सच्चे पातशाह महाराज जी, जे तुठे हो तो मेरी यही मांग है सब तै रहूं अजाती जैसे। कि मेरी कोई मांग ना रवे। मेरी यही मांग है कि मेरी कोई मांग ना रवे। मैं संसार में कदी किसी तो कुछ मंगा ना, मांग ही खत्म हो जावे, यही मेरी मांग है। हाँ जी, सत्य नाम बिन चाहो ना कैसे। सतनाम श्री वाहिगुरु तो बिना होर कोई चाहना ही ना होवे, कोई इच्छा ही ना होवे, यही मेरी मांग है। हाँ जी, तुमरे पद अरविंद मनिंद। तुहाडे जेड़े चरण कमल हन सच्चे पातशाह, मम मानस मह तिपहो मकंद। ਉਹ ਮੇਰੇ ਹਿਰਦੇ ਦੇ ਵਿੱਚ ਪ੍ਰਗਟ ਹੋਣ, ਮੇਰੇ ਹਿਰਦੇ 'ਚ ਤੁਹਾਡੇ ਚਰਨ ਕਮਲ ਵਸੇ ਰਹਿਣ। ਹਾਂਜੀ, श्री अर्जन सुन पुनः बखाना। ਸਤਿਗੁਰੂ ਅਰਜਨ ਦੇਵ ਜੀ ਮੱਝ ਦੀ ਬੇਨਤੀ ਸੁਣ ਕੇ ਬੋਲੇ, अपर मांग पो सिख महाना। ਹੇ ਭਾਈ ਮੰਝ, ਤੂੰ ਸਾਡਾ ਮਹਾਨ ਸਿੱਖ ਹੈ, ਕੁਝ ਹੋਰ ਵੀ ਮੰਗ। ਹਾਂਜੀ, गुरु जी दासन पर असपीर। ਹੇ ਮਹਾਰਾਜ ਜੀ, ਸਤਿਗੁਰੂ ਜੀ, ਹੁਣ ਜੇ ਕਿਰਪਾ ਕਰਨ ਲੱਗੇ ਹੋ ਤਾਂ ਮੇਰੀ ਮੰਗ ਇਹ ਹੈ ਕਿ ਅੱਗੇ ਨੂੰ ਕਲਯੁਗ ਦੇ ਸਿੱਖ ਜਿਹੜੇ ਨੇ ਉਹ ਵਿਚਾਰੇ ਇੰਨੀ ਪ੍ਰੀਖਿਆ ਨਹੀਂ ਦੇ ਸਕਣਗੇ, ਇੰਨਾ ਇਮਤਿਹਾਨ ਨਹੀਂ ਦੇ ਸਕਣਗੇ। ਇਸ ਕਰਕੇ ਆਉਣ ਵਾਲੇ ਸਮੇਂ 'ਚ ਸਿੱਖਾਂ ਨੂੰ ਇੰਨੇ ਸਖਤ ਇਮਤਿਹਾਨਾਂ 'ਚ ਨਾ ਪਾਇਆ ਕਰਿਆ ਜੀ। ਇਹ ਮੰਗ ਮੈਂ ਕਰਦਾ ਹਾਂ। ਹਾਂਜੀ, सब नह सकह सह होए असीर। ਕਲਯੁਗ ਦਾ ਸਮਾਂ ਅੱਗੇ ਬੜਾ ਆਉਣਾ, ਸਿੱਖਾਂ ਕੋਲੋਂ ਇੰਨੀਆਂ ਪ੍ਰੀਖਿਆਵਾਂ ਸਹੀਆਂ ਨਹੀਂ ਜਾਣੀਆਂ, ਕਸਵੱਟੀਆਂ ਝੱਲੀਆਂ ਨਹੀਂ ਜਾਣੀਆਂ, ਸਾਰੇ ਨਹੀਂ ਸਹਿ ਸਕਣਗੇ। ਹਾਂਜੀ, सुनहो मन कंचन मल मिलियो। ਮਹਾਰਾਜ ਕਹਿਣ ਲੱਗੇ, ਦੇਖ ਭਾਈ ਮੰਝ, ਇਮਤਿਹਾਨ ਲੈਣਾ ਤਾਂ ਜ਼ਰੂਰੀ ਹੁੰਦਾ ਹੈ, ਸੋਨੇ ਵਿੱਚ ਖੋਟ ਰਲ ਜਾਂਦੀ ਹੈ, ਸੋਨਾ ਦੇ ਵਿੱਚ ਕਿਤੇ ਨਾ ਕਿਤੇ ਮੈਲ ਰਲ ਜਾਂਦੀ ਹੈ, ਉਹ ਕੱਢਣ ਵਾਸਤੇ ਸੋਨੇ ਨੂੰ ਕਸਵੱਟੀ ਦੇ ਲਾਈਦਾ ਹੈ। ਹਾਂਜੀ, कटह सो ज्यों ज्यों अग्नि ढलियो। ਕਹਿੰਦੇ ਜਿਉਂ-ਜਿਉਂ ਅੱਗ ਵਿੱਚ ਸਾੜੀਏ ਤਿਉਂ-ਤਿਉਂ ਉਹ ਜਿਹੜੀ ਮੈਲ ਕੱਟੀ ਜਾਂਦੀ ਹੈ। ਹਾਂਜੀ, ताओ कसौटी ते सुध होए। ਜਿਉਂ-ਜਿਉਂ ਕਸਵੱਟੀ ਦਾ ਤਾਅ ਲੱਗਦਾ ਹੈ, ਤਾਅ ਲੱਗ-ਲੱਗ ਕੇ ਸੋਨਾ ਸ਼ੁੱਧ ਹੁੰਦਾ ਹੈ। ਹਾਂਜੀ, ताओ कसौटी ते सुध होए। होस पिखै ले पयत सोए। ਜਦੋਂ ਵਿੱਚੋਂ ਮੈਲ ਕੱਢ ਦਈਏ ਕਸਵੱਟੀਆਂ ਲਾ ਲਾ ਕੇ, ਉਹ ਫਿਰ ਖਜ਼ਾਨੇ 'ਚ ਪੈ ਜਾਂਦਾ, ਖਰਾਜ ਹੋ ਜਾਂਦਾ। ਸਿੱਖ ਨੂੰ ਕਸਵੱਟੀ ਲਾਈ ਦੀ ਹੈ ਤਾਂ ਕਿ ਉਹਦੇ 'ਚੋਂ ਖੋਟ ਨਿਕਲ ਜਾਵੇ। ਹਾਂਜੀ, जो सतगुर के सिख उदारे। ਜਿਹੜੇ ਗੁਰੂ ਦੇ ਪਿਆਰੇ ਸਿੱਖ ਹੁੰਦੇ ਨੇ, मोख कोस के उचित सुधारे। ਉਹ ਮੁਕਤੀ ਰੂਪੀ ਖਜ਼ਾਨੇ ਦੇ ਅਧਿਕਾਰੀ ਬਣਦੇ ਨੇ, ਤਾਂ ਹੀ ਬਣਦੇ ਨੇ ਜੇ ਸ਼ੁੱਧ ਹੁੰਦੇ ਨੇ। ਜੇ ਵਿੱਚ ਖੋਟ ਹੋਵੇ ਤੇ ਫਿਰ ਉਹ ਖਜ਼ਾਨੇ 'ਚ ਨਹੀਂ ਨਾ ਪੈ ਸਕਦੇ। ਹਾਂਜੀ, करियत है सो अपन स्वरूप। ਆਪਣੇ ਵਰਗੇ ਬਣਾਉਣੇ ਪੈਂਦੇ ਨੇ ਸਿੱਖ। ਗੁਰੂ ਸਾਹਿਬ ਕਹਿੰਦੇ ਆ ਆਪਣੇ ਵਰਗੇ ਬਣਾਉਣੇ ਪੈਂਦੇ ਨੇ, ਫਿਰ ਖਜ਼ਾਨੇ 'ਚ ਪੈਂਦੇ ਨੇ। ਕੋਈ ਸੌਖੀ ਗੱਲ ਨਹੀਂ ਸਾਧ ਸੰਗਤ ਜੀ ਸਿੱਖ ਬਣਨਾ। ਆਪਾਂ ਤਾਂ ਉੱਦਾਂ ਹੀ ਬਾਣਾ ਹੀ ਪਾਈ ਫਿਰਦੇ ਹਾਂ ਸਿੱਖਾਂ ਵਾਲਾ। ਜਦੋਂ ਸਿੱਖੀ ਦੀ ਕੋਈ ਗੱਲ ਆਉਂਦੀ ਅਸੀਂ ਫੇਲ ਹੋ ਜਾਂਦੇ ਹਾਂ। ਮਹਾਰਾਜ ਕਹਿੰਦੇ ਕਸਵੱਟੀ ਲਾ ਕੇ ਤਾਂ ਉਹਨਾਂ ਨੂੰ ਖਜ਼ਾਨੇ 'ਚ ਪਾਈਦਾ ਹੈ। ਹਾਂਜੀ, जिसमें पयत आनंद अरूप। ਉਹ ਆਨੰਦ ਸਰੂਪ ਜਿਹੜਾ ਹੈ ਉਹ ਪ੍ਰਾਪਤ ਕਰੀਦਾ ਹੈ। ਹਾਂਜੀ, एहो की दयो और लेहो जाचे। ਹਾਂ ਠੀਕ ਹੈ। ਲੈ ਵੀ ਤੇਰਾ ਇਹ ਵੀ ਸਵਾਲ ਹੈ ਤਾਂ ਔਖਾ, ਪਰ ਅਸੀਂ ਪੂਰਾ ਕਰਤਾ। ਹੁਣ ਅਸੀਂ ਇੰਨੀਆਂ ਕਸਵੱਟੀਆਂ ਨਹੀਂ ਲਾਵਾਂਗੇ ਸਿੱਖਾਂ ਨੂੰ, ਕਲਯੁਗ ਦੇ ਸਿੱਖਾਂ ਨੂੰ ਅਸੀਂ ਬਖਸ਼ ਦਿਆਂਗੇ। ਇਹ ਤਾਂ ਤੈਨੂੰ ਦੇਤਾ, ਹੋਰ ਵੀ ਕੁਝ ਮੰਗ ਲੈ। मन कह श्री गुर साचे। ਤੇ ਭਾਈ ਮੰਝ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ, अपनो सिदक दान देहो सोए। ਤਾਂ ਮੈਨੂੰ ਆਪਣਾ ਸਿਦਕ ਦੇ ਦਿਓ, ਆਪਣੀ ਸਿੱਖੀ ਦੇ ਦਿਓ। सदा अजाची व्रत अब होए। ਹੁਣ ਕੋਈ ਮੰਗਣ ਦੀ ਇੱਛਾ ਨਹੀਂ, ਇਹੀ ਮੰਗ ਹੈ ਕਿ ਤੁਹਾਡਾ ਨਾਮ ਹੀ ਹਿਰਦੇ 'ਚ ਵਸਿਆ ਰਵੇ। इम कह चरण बंदना ठानी। ਇਸ ਤਰ੍ਹਾਂ ਕਹਿ ਕੇ ਭਾਈ ਮੰਝ ਨੇ ਗੁਰੂ ਅਰਜਨ ਦੇਵ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। प्रेम
प्रेम बिखै मत बहु मस्तानी। ਆਹ ਪ੍ਰੇਮ ਦੇ ਰੰਗ 'ਚ ਮਸਤਾਨੇ ਹੋ ਚੁੱਕੇ ਹਨ। ਹਾਂਜੀ सुन श्री अर्जन जी तिस काला। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਵੇਲੇ ਇਹ ਬਚਨ ਸੁਣ ਕੇ सिख की महिमा कीन विसाला। ਸਿੱਖ ਦੀ ਬੜੀ ਮਹਿਮਾ ਕਰਦੇ ਸੱਚੇ ਪਾਤਸ਼ਾਹ। ਕੀ ਕਹਿੰਦੇ ਹਨ ਆਪਣੇ ਮੁਖਾਰਬਿੰਦ ਤੋਂ ਇਹ ਬਚਨ ਗੁਰੂ ਸਾਹਿਬ ਨੇ ਕਹੇ ਸਨ। ਹਾਂਜੀ श्री मुखवाक ਸਤਿਗੁਰਾਂ ਦੇ ਸੁਭਾਏਮਾਨ ਮੁਖ ਤੋਂ ਇਹ ਬੋਲ ਨਿਕਲੇ। ਭਾਵੇਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਦਰਜ ਨਹੀਂ ਹਨ, ਪਰ ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਇਹ ਬਚਨ ਦਰਜ ਹਨ। ਹਾਂਜੀ मन प्यारा गुरु नू गुर मन प्यारा। ਮਹਾਰਾਜ ਦੇ ਇਹ ਦੋਹਰਾ ਕਿਹਾ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ। ਕਹਿੰਦੇ ਮੰਝ ਗੁਰੂ ਨੂੰ ਪਿਆਰਾ ਹੈ ਤੇ ਗੁਰੂ ਮੰਝ ਨੂੰ ਪਿਆਰਾ ਹੈ। ਇੱਕ ਦੂਜੀ ਦਾ ਪਰਸਪਰ ਪਿਆਰ ਹੈ। ਹਾਂਜੀ मन गुरु का बोहे था जग लंघन हारा। ਮੰਝ ਗੁਰੂ ਦਾ ਜਹਾਜ਼ ਹੈ ਜਿਹਦੇ ਤੇ ਸੰਸਾਰ ਲੰਘਿਆ। ਨਹੀਂ ਤਾਂ ਫੇਰ ਹੋ ਜਾਣਾ ਸੀ ਸਿੱਖਾਂ ਨੇ ਕਲਯੁਗ ਦੇ ਵਿੱਚ। ਇਮਤਿਹਾਨ ਚੱਲੇ ਨਹੀਂ ਸੀ ਜਾਣੇ, ਕਸਵੱਟੀ ਸਹੀ ਨਹੀਂ ਸੀ ਜਾਣੀ। ਗੁਰੂ ਸਾਹਿਬ ਜੀ ਤੋਂ ਭਾਈ ਮੰਝ ਨੇ ਸਾਨੂੰ ਸਾਰਿਆਂ ਨੂੰ ਮਾਫ ਕਰਵਾ ਲਿਆ, ਫ੍ਰੀ ਦੀ ਪਾਸ ਕਰਵਾ ਲਿਆ। ਇਹ ਭਾਈ ਮੰਝ ਦੀ ਵੱਡੀ ਕੁਰਬਾਨੀ ਹੈ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ 'ਚ ਬਾਰ-ਬਾਰ ਕਹਿੰਦੇ ਸੀ, ਜਿਨ੍ਹਾਂ ਮਹਾਂਪੁਰਸ਼ਾਂ ਤੋਂ ਕਥਾ ਸੁਣੀ ਉਹਨਾਂ ਨੇ ਮੈਨੂੰ ਦੱਸਿਆ ਸੀ ਇਹ ਬਚਨ। ਕਹਿੰਦੇ ਵੀ ਗਿਆਨੀ ਜੀ ਕਹਿੰਦੇ ਹੁੰਦੇ ਸੀ ਕਿ ਸਾਧ ਸੰਗਤ ਜੀ ਸਾਨੂੰ ਸਵੇਰੇ ਉੱਠ ਕੇ ਭਾਈ ਮੰਝ ਦਾ ਸ਼ੁਕਰਾਨਾ ਰੋਜ਼ ਕਰਨਾ ਚਾਹੀਦਾ। ਕਿਉਂ? ਉਹਨੇ ਸਾਨੂੰ ਫ੍ਰੀ 'ਚ ਪਾਸ ਕਰਵਾਇਆ, ਨਹੀਂ ਤੇ ਅਸੀਂ ਤਾਂ ਫੇਲ ਹੀ ਫੇਲ ਸੀ। ਹਾਂਜੀ तो कोई अंग संग कर प्रेम लगायो। ਮਹਾਰਾਜ ਨੇ ਘੁੱਟ ਕੇ ਗਲਵਕੜੀ 'ਚ ਲੈ ਲਿਆ, ਆਪਣੇ ਗਲ ਨਾਲ ਲਾ ਲਿਆ ਭਾਈ ਮੰਝ ਨੂੰ। ਹਾਂਜੀ आत्म ज्ञान तुरत ही पायो। ਪਰ ਜਦੋਂ ਛੂਹਿਆ ਮਹਾਰਾਜ ਦੇ ਸਰੀਰ ਨੂੰ, ਛਾਤੀ ਨਾਲ ਲੱਗਾ ਤੇ ਬਸ ਸਤਿਗੁਰੂ ਜੀ ਨੇ ਉਸੇ ਵੇਲੇ ਆਤਮ ਗਿਆਨ ਪ੍ਰਗਟ ਕਰਕੇ ਦਿਖਾਇਆ। ਉਸੇ ਵੇਲੇ ਆਤਮ ਗਿਆਨੀ ਬ੍ਰਹਮ ਗਿਆਨੀ ਬਣਾ ਦਿੱਤਾ। ਹਾਂਜੀ कहो मन तू अब ग्रह जाए। ਕਹਿਣ ਲੱਗੇ ਭਾਈ ਮੰਝ ਜੀ ਹੁਣ ਤੁਸੀਂ ਆਪਣੇ ਨਗਰ ਚਲੇ ਜਾਓ। ਹਾਂਜੀ खेत गुरु के देग चलाए। ਉੱਥੇ ਗੁਰੂ ਦਾ ਲੰਗਰ ਚਲਾਓ, ਗੁਰੂ ਦੀ ਦੇਗ ਚਲਾਓ। ਹਾਂਜੀ नौ नित सिद्ध 18 पाई। 9 ਨਿਧੀਆਂ 18 ਸਿੱਧੀਆਂ ਤੁਹਾਡੇ ਬੂਹੇ ਤੇ ਖੜੀਆਂ ਰਹਿਣਗੀਆਂ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਅਟੁੱਟ ਲੰਗਰ ਚੱਲੇਗਾ, ਲੱਖਾਂ ਸੰਗਤਾਂ ਤੇਰੇ ਲੰਗਰ 'ਚ ਪ੍ਰਸ਼ਾਦਾ ਛਕਣਗੀਆਂ। ਹਾਂਜੀ करहो समाज जितक मन भाई। ਔਰ ਜਿੰਨਾ ਕੁ ਚਾਹੋਗੇ ਓਨਾ ਹੀ ਵਾਧਾ ਹੋਵੇਗਾ, ਓਨੀਆਂ ਹੀ ਬਰਕਤਾਂ ਹੋਣਗੀਆਂ। ਹਾਂਜੀ इम कह चढ़ देर न कहो आए। ਇਹ ਤਾਂ ਮਹਾਰਾਜ ਆਪ ਸਿੱਖਾਂ ਸਮੇਤ ਭਾਈ ਮੰਝ ਸਮੇਤ ਵਾਪਸ ਸ੍ਰੀ ਅੰਮ੍ਰਿਤਸਰ ਆ ਗਏ। सब मह सुजस भयो बिदताई। ਸਾਰੇ ਪਾਸੇ ਮਹਾਰਾਜ ਦੇ ਸਿੱਖ ਭਾਈ ਮੰਝ ਦਾ ਜਸ ਹੋਇਆ ਹੈ। ਹਾਂਜੀ मन गयो गृह सब कुछ पायो। ਭਾਈ ਮੰਝ ਜੀ ਵਾਪਸ ਚਲੇ ਘਰ ਨੂੰ। ਜਦੋਂ ਪਹੁੰਚੇ ਤੇ ਸਾਰਾ ਕੁਝ ਹੀ ਬਰਕਤਾਂ ਪੈ ਗਈਆਂ, ਸਾਰਾ ਕੁਝ ਹੀ ਵਾਪਸ, ਜ਼ਮੀਨਾਂ ਜਾਇਦਾਦਾਂ ਕੀ, ਮਾਣ ਵਡਿਆਈਆਂ ਕੀ, ਫਿਰ ਤਾਂ ਲੱਖਾਂ ਸੰਗਤਾਂ ਚਰਨਾਂ 'ਚ ਆ ਚੁੱਕੀਆਂ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਫਿਰ ਭਿਖਾਰੀ ਰਾਜੇ ਬਣ ਜਾਂਦੇ ਹਨ, ਤੇ ਜੇ ਗੁਰੂ ਦੀ ਕਰੋਪੀ ਹੋਏ ਰਾਜੇ ਭਿਖਾਰੀ ਬਣ ਜਾਂਦੇ ਹਨ। ਸੋ ਮਹਾਰਾਜ ਦੀ ਕਿਰਪਾ ਨਾਲ ਕੰਗਮਾਈ ਪਿੰਡ ਹੈ ਸਾਧ ਸੰਗਤ ਜੀ, ਹੁਸ਼ਿਆਰਪੁਰ ਦੇ ਇਲਾਕੇ 'ਚ। ਉੱਥੇ ਭਾਈ ਮੰਝ ਨੇ ਲੰਗਰ ਚਲਾਇਆ। ਸਤਿਗੁਰੂ ਸਾਹਿਬ ਜੀ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਆਪ ਵੀ ਆਓ। ਗੁਰੂ ਅਰਜਨ ਦੇਵ ਜੀ ਉਸ ਪਿੰਡ ਗਏ ਸਨ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨਕੋਸ਼ ਵਿੱਚ ਦੱਸਿਆ ਹੈ। ਹਾਂਜੀ स्त्री पुत्र सुता गुण गायो। ਕਹਿੰਦੇ ਇਸਤਰੀ ਪਰਿਵਾਰ ਸਾਰਾ ਇਕੱਠਾ ਹੋ ਗਿਆ, ਸਾਰਾ ਜਿਹੜਾ ਖੇਰੂ ਹੋਇਆ ਪਿਆ ਸੀ, ਬੱਚੇ ਪਰਿਵਾਰ ਉਹ ਵੀ ਇਕੱਠੇ ਹੋ ਗਏ। ਹਾਂਜੀ मन अनेक ही अन्न पकावै। ਕਈ ਮਣ ਕਈ ਕੁਆਂਟਲ ਆਟਾ ਰੋਜ਼ ਪੱਕਦਾ ਲੰਗਰ ਦੇ ਵਿੱਚ, ਇੰਨੀ ਮਹਾਰਾਜ ਦੀ ਕਿਰਪਾ ਹੋਈ। ਹਾਂਜੀ गुरु अर्थ अर्थीन अचावै। ਲੋੜਵੰਦਾਂ ਨੂੰ ਪ੍ਰਸ਼ਾਦਾ ਭਾਈ ਮੰਝ ਦੇ ਲੰਗਰ 'ਚੋਂ ਹਰ ਵੇਲੇ ਵਰਤਦਾ ਰਹਿੰਦਾ ਸੀ। ਹਾਂਜੀ सर्ब परिवार संग सुख पाए। ਪਰਿਵਾਰ ਦੇ ਨਾਲ ਰਹਿੰਦਾ, ਸੁਖ ਪਾਇਆ ਹੈ। भयो मुक्त गुर के गुण गाए। ਗੁਰੂ ਦੇ ਗੁਣ ਗਾਉਂਦਾ ਹੋਇਆ ਮੁਕਤ ਹੋਇਆ ਹੈ। सहयो कसौटी उतरियो पूरा। ਗੁਰੂ ਦੀ ਕਸਵੱਟੀ ਸਹਿ ਕੇ ਪੂਰਾ ਉਤਰਿਆ ਹੈ। अंत पाए उत्तम पद रूरा। ਅੰਤ ਨੂੰ ਬ੍ਰਹਮ ਗਿਆਨੀ ਭਾਈ ਮੰਝ ਜੀ ਗੁਰੂ ਵਿੱਚ ਹੀ ਲੀਨ ਹੋ ਗਏ। ਇਹ ਜੀਵਨ ਮੁਕਤ ਹੋ ਕੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੋ ਉਹਨਾਂ ਦੀ ਕਥਾ ਸੰਪੂਰਨ ਹੋਈ ਹੈ। ਹੁਣ ਭਾਈ ਬੌੜਾ ਜੀ ਦੀ ਕਥਾ ਆਵੇਗੀ। ਉਹਨਾਂ ਨੇ ਕਿਵੇਂ ਗੁਰੂ ਦੀ ਸੇਵਾ ਕੀਤੀ, ਕੁਰਬਾਨੀ ਕੀਤੀ। ਇਹ ਸਾਰੇ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ। ਅੰਮ੍ਰਿਤਸਰ ਸਰੋਵਰ ਦੀ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹ ਕਥਾ ਆਪਾਂ ਸੁਣ ਰਹੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਬਿੰਦ।